ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਈ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਠੀਕ ਹੈ ਜੀ, ਚੜ੍ਹਦੀ ਕਲਾ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਵਧਾਈਆਂ। ਮਿਹਰਬਾਨੀ ਜੀ। ਕਿਸਾਨੀ ਮਸਲਾ ਹੱਲ ਹੋ ਗਿਆ। ਦੇਖੋ ਜੀ, ਇਹ ਇਕੱਲੇ ਮੈਨੂੰ ਨਹੀਂ ਵਧਾਈਆਂ, ਇਹ ਦੁਨੀਆ ਭਰ ਦੇ ਵਿੱਚ ਵਸਦੇ ਹਰ ਪੰਜਾਬੀ ਨੂੰ, ਹਰ ਕਿਸਾਨ ਨੂੰ, ਹਰ ਮਜ਼ਦੂਰ ਨੂੰ, ਹਰ ਮਿਹਨਤਕਸ਼ ਬੰਦੇ ਨੂੰ, ਹਰ ਕਿਰਤੀ ਨੂੰ ਵਧਾਈਆਂ। ਬਿਲਕੁਲ ਸਹੀ ਹੈ। ਇਸ ਕਿਸਾਨ ਸੰਘਰਸ਼ ਦੀ ਜਿੱਤ ਨੇ, ਜਿਹੜੀ ਕਿ ਹਾਲੇ ਮੈਂ ਅਧੂਰੀ ਜਿੱਤ ਮੰਨਦਾ, ਅਧੂਰੀ ਹੈ ਹਾਲੇ। ਜਿੰਨੀ ਵੀ ਜਿੱਤ ਮਿਲੀ ਹੈ ਸਾਨੂੰ, ਇਹਨੇ ਇਹ ਗੱਲ ਜ਼ਰੂਰ ਦੱਸਦੀ ਹੈ ਕਿ ਜੇਕਰ ਅਸੀਂ ਧਰਮ ਦੀਆਂ ਵਲਗਣਾਂ ਤੋਂ ਉੱਤੇ ਉੱਠੀਏ, ਜੇਕਰ ਅਸੀਂ ਜਾਤ ਪਾਤ ਦੇ ਚੱਕਰਵਿਊਹ ਦੇ ਵਿੱਚ ਨਾ ਫਸ ਗਏ ਤੇ ਸਿਰ ਜੋੜ ਕੇ ਚੱਲੀਏ, ਤੇ ਭਾਵੇਂ ਜਿੰਨਾ ਕੋਈ ਮਰਜ਼ੀ ਫੰਨੇ ਖਾਂ ਹੋਵੇ, ਉਹਨੂੰ ਇੱਕ ਨਾ ਇੱਕ ਦਿਨ ਝੁਕਣਾ ਪੈ ਜਾਂਦਾ, ਭਾਵੇਂ ਆਪਦੀ ਲੋੜ ਨੂੰ ਝੁਕੇ ਵੀ ਭਾਈ ਵੋਟਾਂ ਆ ਗਈਆਂ, ਆਹ ਕਾਰਨ ਬਣ ਗਿਆ, ਉਹਨਾਂ ਕਾਰਨ ਬਣ ਜੇ, ਪਰ ਇੱਕ ਨਾ ਇੱਕ ਦਿਨ ਆਮ ਬੰਦੇ ਦੀ, ਆਮ ਵੋਟਰ ਦੀ ਜਿੱਤ ਹੁੰਦੀ ਜ਼ਰੂਰ ਆ ਜੀ। ਦੇਖੋ, ਤਾਕਤ ਦੀ ਗੱਲ ਅਸੀਂ ਕਰਦੇ ਹਾਂ, ਏਕੇ 'ਚ ਬਰਕਤ ਦੀ ਗੱਲ ਅਸੀਂ ਕਰਦੇ ਹਾਂ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਇੱਕ ਵੋਟਰ ਦੇ ਕੋਲ ਬਹੁਤ ਵੱਡੀ ਤਾਕਤ ਹੈ, ਪਰ ਕਈ ਵਾਰ ਸਾਨੂੰ ਉਸ ਤਾਕਤ ਦਾ ਅਹਿਸਾਸ ਨਹੀਂ ਹੁੰਦਾ, ਹਨਾ। ਤੇ ਮੈਨੂੰ ਲੱਗਦਾ ਕਿ ਹੁਣ ਜੋ ਕੁਝ ਵੀ ਵਾਪਰਿਆ, ਇਹਨੇ ਸਾਨੂੰ ਅਹਿਸਾਸ ਜ਼ਰੂਰ ਦਵਾ ਦਿੱਤਾ ਹੋਊਗਾ ਕਿ ਨਹੀਂ, ਵਾਕਈ ਸਾਡੇ ਹੱਥ 'ਚ ਤਾਂ ਕਿੱਡੀ ਵੱਡੀ ਤਾਕਤ ਹੈ। ਮੈਂ ਲਗਾਤਾਰ ਇਹ ਗੱਲ ਸੋਚੀ ਜਾਂਦਾ, ਜਦੋਂ ਤੋਂ ਪ੍ਰਧਾਨ ਮੰਤਰੀ ਸਾਹਿਬ ਨੇ ਇਹਦਾ ਐਲਾਨ ਕੀਤਾ ਕਿ ਵਾਪਸ ਲੈ ਲਾਂਗੇ ਤਿੰਨੇ ਕਾਨੂੰਨ, ਵੀ ਜਿਹੜੇ ਲੋਕ ਘਰ ਦੇ ਵਿੱਚ ਬੈਠੇ ਇਹ ਗੱਲ ਕਹਿੰਦੇ ਹੁੰਦੇ ਸੀ ਕਿਸਾਨ ਤਾਂ ਵਿਕ ਗਏ, ਇਹ ਤਾਂ ਖਰੀਦੇ ਜਾ ਚੁੱਕੇ ਹਨ, ਇਹ ਤਾਂ ਜੀ 25 ਕਰੋੜ ਲੈ ਚੁੱਕੇ ਹਨ ਫਲਾਣੇ ਨੇਤਾ ਸਾਹਿਬ, ਫਲਾਣੇ ਜਿਹੜੇ ਕਿਸਾਨ ਨੇਤਾ ਉਹਦੀ ਤਾਂ ਅੰਦਰ ਖਾਤੇ ਇੱਦਾਂ ਅੰਗਲੀ ਸੰਗਲੀ ਆ, ਇਹ ਤਾਂ ਜੀ ਬਸ ਉੱਥੇ ਬੈਠੇ ਹੀ ਆ, ਇਹ ਤਾਂ ਕਾਮਰੇਡ ਐਂ ਹੀ ਹੁੰਦੇ ਆ, ਇਹ ਪਹਿਲਾਂ ਵੀ ਵਿਕ ਜਾਂਦੇ ਹੁੰਦੇ ਆ, ਹੁਣ ਵੀ ਵਿਕਦੇ ਆ, ਤੇ ਹੁਣ ਤੁਸੀਂ ਕੀ ਗੱਲ ਕਹੋਗੇ? ਇਹ ਹੁਣ ਜਿਹੜੀਆਂ ਗੱਲਾਂ ਕਹੀਆਂ, ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਵਰਗੀ ਗੱਲ ਆ ਵੀ ਆਪ ਜੀ ਦਾ ਸਿਰਫ ਨਗੋਚ ਕੱਢਣ ਤੋਂ, ਆਪ ਜੀ ਦਾ ਸਿਰਫ ਦੋਸ਼ ਲਾਉਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਸੀਗਾ, ਪਰ ਜਿਹੜੇ ਉੱਥੇ ਬੈਠੇ ਰਹੇ ਉਹਨਾਂ ਨੂੰ ਸਲਾਮ ਕਰਨੀ ਬਣਦੀ ਹੈ, ਜਿਹੜੇ ਉੱਥੇ ਡਟੇ ਰਹੇ, ਭਾਵੇਂ ਕਿਸੇ ਵੀ ਜਥੇਬੰਦੀ ਦਾ ਕੋਈ ਵੀ ਆਗੂ ਕਿਉਂ ਨਹੀਂ, ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ। ਦੇਖੋ, ਅੱਜ ਕੋਈ ਕੁਝ ਵੀ ਕਹੀ ਜਾਏ, ਪਰ ਇਹਦਾ ਸਿਹਰਾ, ਇਸ ਜਿੱਤ ਦਾ ਸਿਹਰਾ ਹਰ ਉਸ ਬੰਦੇ ਨੂੰ ਜਾਂਦਾ ਹੈ ਜਿਹੜਾ ਇਸ ਅੰਦੋਲਨ ਦਾ ਹਿੱਸਾ ਰਿਹਾ, ਚਾਹੇ ਉਹ ਕਿਸਾਨ ਆਗੂ ਨੇ, ਚਾਹੇ ਉਹ ਮਜ਼ਦੂਰ ਨੇ, ਚਾਹੇ ਉਹ ਕਿਰਤੀ ਨੇ, ਚਾਹੇ ਉਹ ਕੋਈ ਵੀ ਨੇ, ਜਿਨ੍ਹਾਂ ਨੇ ਵੀ ਇਸ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ, ਜਿਨ੍ਹਾਂ ਨੇ ਇਹਨਾਂ ਕਿਸਾਨਾਂ ਦੇ ਵਿੱਚ, ਮਜ਼ਦੂਰਾਂ ਦੇ ਵਿੱਚ ਵਿਸ਼ਵਾਸ ਆਪਣਾ ਪ੍ਰਗਟ ਕੀਤਾ, ਜਿਨ੍ਹਾਂ ਨੇ ਕਿਹਾ ਕਿ ਨਹੀਂ, ਚਾਹੇ ਜੋ ਮਰਜ਼ੀ ਹੋ ਜਾਏ, ਅਸੀਂ ਤੁਹਾਡੇ ਨਾਲ ਖੜੇ ਹਾਂ, ਇਹ ਉਹਨਾਂ ਸਾਰਿਆਂ ਨੂੰ ਜਿੱਤ ਦਾ ਸਿਹਰਾ ਜਾਂਦਾ। ਔਰ ਸੱਚੀ ਗੱਲ ਮੰਨਿਓ ਟਾਣਾ ਸਾਹਿਬ, ਜਦੋਂ ਇਹ ਐਲਾਨ ਹੋਇਆ, ਜਦੋਂ ਮੈਂ ਇਹ ਸੁਣਿਆ, ਕਈ ਸਾਰੇ ਚਿਹਰੇ ਅੱਖਾਂ ਸਾਹਮਣੇ ਆ ਗਏ ਜਿਹੜੇ ਇਹ ਕਹਿੰਦੇ ਸੀ ਇਹ ਨਹੀਂ ਹੱਲ ਹੋਣਾ, ਇਹ ਨਹੀਂ ਕੁਝ ਬਣਨਾ, ਜਿਹੜੇ ਇਹ ਗੱਲ ਕਹਿੰਦੇ ਸੀ ਨਾ ਹੁੱਬ ਕੇ, ਇਹ ਨਹੀਂ ਕਾਨੂੰਨ ਕਣਾ ਰੱਦ ਹੁੰਦੇ ਜੀ, ਕਿਹੜੇ ਕਾਨੂੰਨ? ਕੋਈ ਕਾਨੂੰਨ ਨਹੀਂਗੇ। ਕਈ ਸਾਰੇ ਚਿਹਰੇ ਅੱਖਾਂ ਮੁਰੇ। ਤੇ ਹੁਣ ਪਤਾ ਕੀ ਕਹਿੰਦੇ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ? ਗੱਲ ਮੰਨ ਲੈਂਦੇ ਹੁੰਦੇ ਆ, ਕਿਸਾਨ ਹੁਣ ਵਾਪਸ ਆ ਜਾਣ ਕਾ, ਯਾਰ ਅਸੀਂ ਆਪ ਸਿੱਖਾਂ ਦੇ ਨਾਲ ਆ, ਯਾਰ ਅਸੀਂ ਆਪ ਕਿਸਾਨੀ ਪਰਿਵਾਰ ਚੋਂ ਆ, ਵੀ ਜਿਹੜੇ ਪਹਿਲਾਂ ਬਹੁਤ ਕੁਝ ਬੋਲਦੇ ਸੀ ਹੁਣ ਉਹ ਥੋੜੇ ਜਿਹਾ ਨਰਮ ਪੈ ਗਏ ਆ, ਹੁਣ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ। ਬਿਲਕੁਲ। ਸੋ ਵਿਸਥਾਰ ਦੇ ਵਿੱਚ ਇਹਦੇ ਬਾਰੇ ਆਪਾਂ ਗੱਲ ਜ਼ਰੂਰ ਕਰਾਂਗੇ, ਪਰ ਪਹਿਲਾਂ ਚੱਜ ਦਾ ਵਿਚਾਰ ਅੱਜ ਰਹਿ ਚੱਲਿਆ। ਦੇਖੋ ਜੀ, ਚੱਜ ਦਾ ਵਿਚਾਰ ਇਹ ਆ ਕਿ ਜਿਹੜੇ ਲੋਕ ਮਨ ਦੇ ਵਿੱਚ ਉਤਰ ਜਾਂਦੇ ਨੇ ਉਹਨਾਂ ਨੂੰ ਹਮੇਸ਼ਾ ਸੰਭਾਲ ਕੇ ਰੱਖੋ। ਵਾਹ। ਜਿਹੜੇ ਲੋਕ ਮਨ ਦੇ ਵਿੱਚ ਉਤਰ ਜਾਂਦੇ ਨੇ, ਜ਼ਾਹਰ ਜੀ ਗੱਲ ਆ ਵੀ ਚੰਗੀ ਗੱਲ ਕਰਕੇ ਉਹ ਮਨ ਦੇ ਵਿੱਚ ਉਤਰਦੇ ਆ, ਜਿਹੜੇ ਲੋਕ ਮਨ ਦੇ ਵਿੱਚ ਉਤਰ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖੋ, ਤੇ ਜਿਹੜੇ ਲੋਕ ਮਨੋਂ ਉਤਰ ਜਾਂਦੇ ਨੇ ਉਹਨਾਂ ਤੋਂ ਚੰਗੀ ਤਰ੍ਹਾਂ ਸੰਭਲ ਕੇ ਰਹੋ। ਵਾਹ ਵਾਹ। ਇਹ ਸੰਭਾਲ ਤੇ ਸੰਭਲ ਦੇ ਵਿੱਚ ਹੀ ਫਰਕ ਆ। ਬਿਲਕੁਲ। ਮਨ ਵਿੱਚ ਤੇ ਮਨ ਚੋਂ, ਬਸ ਇਹ ਹੀ ਅੰਤਰ ਆ। ਬਿਲਕੁਲ ਸਹੀ ਹੈ। ਇਹ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਮਨ ਦੇ ਵਿੱਚ ਉਤਰ ਜਾਂਦੇ ਨੇ, ਤੇ ਬਹੁਤ, ਮੈਂ ਕਹੂੰਗੀ ਘੱਟ ਹੀ ਇਹੋ ਜਿਹੇ ਲੋਕ ਹੁੰਦੇ ਜਿਹੜੇ ਮਨ ਚੋਂ ਉਤਰ ਜਾਂਦੇ, ਕਿਉਂਕਿ ਅਸੀਂ ਅਕਸਰ ਬਹੁਤ ਸਾਰੀਆਂ ਗੱਲਾਂ ਤੇ ਮਾਫੀ ਦੇ ਦਿੰਦੇ ਹਾਂ, ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ ਵੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਹਨਾ। ਪਰ ਜਦੋਂ ਕੋਈ ਬਹੁਤ ਵੱਡੀ ਗੱਲ ਹੋ ਜਾਏ ਉਦੋਂ ਅਕਸਰ ਇਨਸਾਨ ਮਨੋਂ ਲਹਿ ਜਾਂਦਾ, ਤੇ ਜਿਹੜਾ ਇੱਕ ਵਾਰ ਮਨੋਂ ਲਹਿ ਜਾਵੇ ਉਹ ਕਦੇ ਵੀ ਦੁਬਾਰਾ ਫਿਰ ਤੁਹਾਡੇ ਨਾਲ ਕਹਿ ਲੋ ਨਹੀਂ ਤੁਰ ਸਕਦਾ, ਕਦੇ ਵੀ ਤੁਸੀਂ ਉਹਨੂੰ ਉਹ ਜਗ੍ਹਾ ਨਹੀਂ ਦੇ ਸਕਦੇ, ਹਨਾ। ਸੋ ਖੈਰ, ਬਹੁਤ ਸੋਹਣਾ ਚਾਹੀਦਾ ਵਿਚਾਰ ਹੁਣ ਮੇਰੇ ਵਾਲੇ ਚਾਹੀਦੇ ਵਿਚਾਰ ਦੀ ਸਾਂਝ ਪਾਈਏ। ਬੜਾ ਛੋਟਾ ਜਿਹਾ ਤੇ ਬੜੀਆਂ ਸੱਚੀਆਂ ਗੱਲਾਂ ਨੇ। ਕਹਿੰਦੇ ਇਸ ਦੁਨੀਆ 'ਚ ਹਰ ਚੀਜ਼ ਕੀਮਤੀ ਹੈ, ਇਸ ਦੁਨੀਆ 'ਚ ਹਰ ਚੀਜ਼ ਕੀਮਤੀ ਹੈ, ਮਿਲਣ ਤੋਂ ਪਹਿਲਾਂ ਤੇ ਗਵਾਚਣ ਤੋਂ ਬਾਅਦ। ਹਾਂ, ਬਿਲਕੁਲ ਸਹੀ ਗੱਲ ਆ। ਜਦੋਂ ਕੋਈ ਚੀਜ਼ ਸਾਡੇ ਕੋਲ ਹੁੰਦੀ ਆ, ਸਾਨੂੰ ਉਹਦਾ ਅਹਿਸਾਸ ਨਹੀਂ ਹੁੰਦਾ ਵੀ ਇਹ ਬਹੁਤ ਮੁੱਲਵਾਨ ਆ ਜੀ, ਭਾਵੇਂ ਕੋਈ ਵੀ ਹੋਵੇ, ਪਰ ਜਦੋਂ ਉਹ ਚੀਜ਼ ਸਾਡੇ ਕੋਲੋਂ ਖੁੱਸ ਜਾਂਦੀ ਹੈ, ਸਾਡੇ ਕੋਲੋਂ ਦੂਰ ਚਲੀ ਜਾਂਦੀ ਹੈ, ਫਿਰ ਸਾਨੂੰ ਪਤਾ ਲੱਗਦਾ ਵੀ ਇਹਦੇ ਬਿਨਾਂ ਸਾਡੀ ਜ਼ਿੰਦਗੀ ਸੰਪੂਰਨ ਨਹੀਂ, ਇਹਦੇ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੀ ਅਧੂਰੀ ਹੈ। ਇਹਦੇ ਜਾਣ ਦੇ ਨਾਲ ਸਾਡੀਆਂ ਖੁਸ਼ੀਆਂ ਲੁੱਟੀਆਂ ਗਈਆਂ, ਇਹਦੇ ਜਾਣ ਦੇ ਨਾਲ ਜ਼ਿੰਦਗੀ ਦੇ ਵਿੱਚ ਗਮ ਹੀ ਗਮ ਆ ਗਏ ਆ, ਪਰ ਅਸੀਂ
ਉਹਦੇ ਹੁੰਦਿਆਂ ਸੁਣਦਿਆਂ ਇਸ ਗੱਲ ਦੀ ਕਦੇ ਅਹਿਮੀਅਤ ਨੂੰ ਸਮਝਦੇ ਨਹੀਂ, ਸਮਝਣਾ ਸਿੱਖੀਏ ਜੀ। ਵੈਸੇ ਵੀ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਨਾ, ਸਾਨੂੰ ਉਹਦੀ ਕਦਰ ਨਹੀਂ ਹੁੰਦੀ। ਸਾਨੂੰ ਹੁੰਦਾ ਵੀ ਇਹ ਤਾਂ ਮੇਰੀ ਹੋਈ ਹੈ, ਆਪਾਂ ਹੋਰ ਚੀਜ਼ਾਂ ਵੱਲ ਧਿਆਨ ਦੇਣ ਲੱਗ ਜਾਂਦੇ। ਇੱਕ ਨਿੱਕੀ ਜਿਹੀ ਉਦਾਹਰਨ ਵੀ ਜੇ ਲੈ ਲਈਏ, ਘਰ ਦੇ ਵਿੱਚ ਜੇਕਰ ਤੁਹਾਡੇ ਕੋਈ ਨਿੱਕੀ ਜਿਹੀ ਚੀਜ਼ ਹੈ, ਚਾਹੇ ਉਹ ਗੱਡੀ ਦੀ ਗੱਲ ਕਰ ਲਓ, ਕਿਸੇ ਹੋਰ ਸਮਾਨ ਦੀ ਗੱਲ ਕਰ ਲਓ, ਸਾਨੂੰ ਇਹ ਲੱਗਦਾ ਵੀ ਚੱਲ ਇਹ ਤਾਂ ਹੈ, ਇਸ ਤੋਂ ਵੱਡੀ ਕੋਈ ਚੀਜ਼ ਹੋਣੀ ਚਾਹੀਦੀ ਹੈ ਨਾ। ਸਾਡਾ ਧਿਆਨ ਕਦੀ ਉਹਦੇ ਵੱਲ ਨਹੀਂ ਜਾਂਦਾ ਜਿਹੜੀ ਚੀਜ਼ ਹੈਗੀ ਹੈ, ਸਾਡਾ ਧਿਆਨ ਉਹਦੇ ਵੱਲ ਜਾਂਦਾ ਜਿਹੜੀ ਨਹੀਂ ਹੈ ਨਾ। ਸੋ ਜਿਹੜੀ ਚੀਜ਼ ਕੋਲ ਹੈ, ਜਿਹੜੀ ਚੀਜ਼ ਤੁਹਾਡੀ ਹੈ, ਉਹਦੀ ਜ਼ਰੂਰ ਕਦਰ ਕਰਨੀ ਚਾਹੀਦੀ ਹੈ। ਬਿਲਕੁਲ ਸਹੀ। ਟੈਣਾ ਸਾਹਿਬ, ਅੱਜ ਮੌਸਮ ਦੀ ਹਾਲ ਬਿਆਨੀ ਰਹਿ ਚੱਲੀ ਸੀ। ਹਾਂ ਬਿਲਕੁਲ ਜੀ, ਮੌਸਮ ਪੰਜਾਬ ਦਾ ਠੀਕ ਆ ਜੀ। ਤੇ ਲੰਗੀ ਰਾਤ 8 ਡਿਗਰੀ ਤੱਕ ਘੱਟੋ ਘੱਟ ਪਾਰਾ 8 ਡਿਗਰੀ ਤੱਕ ਆ ਗਿਆ ਜੀ। ਲਗਾਤਾਰ ਠੰਡ ਵਧ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਵੱਲ ਠੰਡ ਵਧੀ ਹੈ। ਉਦਾਂ ਪੰਜਾਬ ਦੇ ਵਿੱਚ ਇੱਕ ਹਫ਼ਤੇ ਤੱਕ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ, ਜਿਹੜਾ ਕਿ ਮੈਂ ਪੜ੍ਹ ਕੇ ਹਟਿਆ। ਜੀ। ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲ ਰਹੀ ਹੈ, ਪਰ ਰਾਤ ਦੇ ਵੇਲੇ ਪਾਰਾ ਲਗਾਤਾਰ ਲੁੜਕ ਰਿਹਾ। ਉਧਰ ਪਹਾੜੀ ਖੇਤਰਾਂ ਦੇ ਵੱਲ ਲਗਾਤਾਰ ਠੰਡ ਵਧਣ ਕਰਕੇ ਪੰਜਾਬ ਦੇ ਵਿੱਚ ਵੀ ਰਾਤ ਦਾ ਜਿਹੜਾ ਤਾਪਮਾਨ ਆ ਇਹ ਘੱਟੋ ਘੱਟ 2-3 ਡਿਗਰੀ ਤੱਕ ਲੁੜਕ ਗਿਆ। ਇਹ ਹੁਣ 8 ਤੱਕ ਆ ਗਿਆ ਜੀ। ਤੇ ਤੁਹਾਡੇ ਮਾਤਾ ਜੀ ਦਾ ਕੀ ਹਾਲ? ਮਾਤਾ ਜੀ ਮੇਰੇ ਅੱਗੇ ਨਾਲੋਂ ਠੀਕ ਨੇ ਜੀ। ਸਾਰੇ ਜਿਹੜੇ ਦੋਸਤ ਨੇ, ਭੈਣਾਂ ਨੇ, ਵੀਰ ਨੇ, ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਮੇਰੇ ਬਹੁਤ ਹੀ ਖਾਸ ਮਿੱਤਰ ਨੇ, ਪਿਆਰੇ ਨੇ, ਸੱਜਣ ਨੇ, ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ, ਤੇ ਮਾਤਾ ਜੀ ਉਹਨਾਂ ਦੇ ਕਰਕੇ ਉੱਠ ਕੇ ਬਹਿਣ ਜੋਗੇ ਹੋ ਗਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਬਹੁਤ ਚੰਗੀ ਖਬਰ ਹੈ। ਵੇਖੋ ਕਿੰਨੀਆਂ ਸਾਰੀਆਂ ਖੁਸ਼ਖਬਰੀਆਂ ਨਾਲੋਂ ਨਾਲ ਆ ਰਹੀਆਂ ਨੇ, ਇਹ ਸਦਾ ਹੀ ਇਦਾਂ ਹੀ ਆਉਂਦੀਆਂ ਰਹਿਣ, ਹੈ ਨਾ। ਸੋ ਖੈਰ, ਹੁਣ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਅੱਗੇ ਤੋਰਦੇ ਹਾਂ। ਟਾਣਾ ਸਾਹਿਬ, ਸਾਰੇ ਪਾਸਿਓਂ ਚੰਗੀਆਂ ਖਬਰਾਂ ਆ ਰਹੀਆਂ ਨੇ, ਹਰ ਕੋਈ ਖੁਸ਼ ਹੈ ਕਿ ਜੋ ਕੁਝ ਵੀ ਹੋਇਆ ਬਹੁਤ ਚੰਗਾ ਹੋਇਆ, ਪਰ ਕੁਝ ਇੱਕ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਮੂੰਹ ਅਜੇ ਵੀ ਵਿੰਗੇ ਨੇ, ਵੀ ਇਹ ਹੋਣਾ ਨਹੀਂ ਸੀ ਦੇਖੋ ਚਾਹੀਦਾ। ਸਿਆਣੇ ਇਹ ਗੱਲ ਕਹਿੰਦੇ ਹੁੰਦੇ ਹਰਮਨ ਜੀ ਕਿ ਬੰਦੇ ਨੂੰ ਨਾ ਤੋਲ ਕੇ ਬੋਲਣਾ ਚਾਹੀਦਾ। ਜੀ। ਕਈ ਵਾਰ ਅਸੀਂ ਫਾਫਾ ਇੰਨੀ ਕਰ ਬੈਨੇ ਆ ਵੀ ਸਾਨੂੰ ਆਪਦੇ ਸ਼ਬਦਾਂ ਦਾ ਨਹੀਂ ਪਤਾ ਲੱਗਦਾ ਵੀ ਹੁਣ ਅਸੀਂ ਵਾਪਸ ਕਿਵੇਂ ਲੱਗੇ। ਜੀ ਜੀ ਜੀ। ਕਿਉਂਕਿ ਜਿਸ ਤਰੀਕੇ ਦੇ ਨਾਲ ਊਲ ਜਲੂਲ ਬੋਲੇ, ਕੋਈ ਕਹਿੰਦਾ ਸੀ ਕਿਸਾਨ ਅੱਤਵਾਦੀ ਹਨ, ਕੋਈ ਕਹਿੰਦਾ ਮਾਓਵਾਦੀ ਹਨ, ਕੋਈ ਕਹਿੰਦਾ ਜੀ ਇਹ ਤਾਂ ਅੰਦੋਲਨ ਜੀਵੀ ਹਨ, ਕੋਈ ਕਹਿੰਦਾ ਜੀ ਇਹ ਤਾਂ ਫੰਡੀਆਂ ਵਾਲੇ ਹਨ, ਇਹ ਤਾਂ ਵੱਖਵਾਦੀ ਹਨ, ਇਹ ਤਾਂ ਜੀ ਸਿਰਫ ਪੀਜ਼ੇ ਖਾਣ ਵਾਲੇ ਹਨ, ਇਹ ਤਾਂ ਜੀ ਲੱਤਾਂ ਘੁਟਵਾਉਣ ਵਾਲੇ ਹਨ। ਤੇ ਹੁਣ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ, ਦੰਦਲ ਪੈ ਗਈ ਆ, ਚਮਚਾ ਨਹੀਂ ਲੱਭਦਾ ਕਿ ਵੀ ਉਹ ਦੰਦਲ ਕਿਵੇਂ ਤੋੜ ਗਏ। ਚਮਚੇ ਅਸੀਂ ਦੇ ਦਿੰਨੇ ਆ। ਚਮਚੇ ਵੈਸੇ ਉਹਨਾਂ ਦੇ ਕੋਲੇ ਆ, ਪਰ ਉਹ ਕੰਮ ਆਉਣ ਵਾਲੇ ਚਮਚੇ ਨਹੀਂਗੇ। ਜੀ ਬਿਲਕੁਲ। ਸੋ ਹੁਣ ਉਹ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਸੱਚਾ ਤੇ ਕਿਸਾਨਾਂ ਨੂੰ ਇੱਕ ਵਾਰ ਫਿਰ ਝੂਠਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨੀ ਮੰਗ ਮੰਨੀ, ਅਸੀਂ ਧੰਨਵਾਦ ਕਰਦੇ ਹਾਂ। ਬਾਕੀ ਵੀ ਮੰਨ ਲੈਣ, ਇਹਦੀ ਅਸੀਂ ਕਾਮਨਾ ਕਰਦੇ ਹਾਂ, ਇੱਛਾ ਪਾਲਦੇ ਹਾਂ। ਪਰ ਸਾਕਸ਼ੀ ਮਹਾਰਾਜ ਦੀ ਗੱਲ ਕਰ ਲਓ, ਇਹਨਾਂ ਨੇ ਬਹੁ ਗਿਣਤੀ ਬਿਆਨ ਅੱਜ ਤੱਕ ਆ ਜਿਹੜੇ ਉਹ ਅਵੱਲੇ ਦਿੱਤੇ ਆ। ਹੁਣ ਪਤਾ ਕੀ ਕਹਿੰਦੇ, ਕਾਨੂੰਨ ਬਣਦੇ ਰਹਿੰਦੇ ਹਨ, ਕਾਨੂੰਨ ਜਾਂਦੇ ਰਹਿੰਦੇ ਹਨ, ਅੱਛਾ, ਕਾਨੂੰਨ ਆਉਂਦੇ ਰਹਿੰਦੇ ਹਨ। ਇਹਦਾ ਕਾਨੂੰਨ ਦਾ ਕੀ ਹੈ, ਜੇਕਰ ਪ੍ਰਧਾਨ ਮੰਤਰੀ ਸਾਹਿਬ ਨੇ ਵਾਪਸ ਲੈ ਲਏ ਫਿਰ ਆ ਜਾਣਗੇ। ਮਤਲਬ ਇਹ ਆ ਵੀ ਉਹਨਾਂ ਨੂੰ ਹਾਲੇ ਇਹ ਗੱਲ ਪਚਦੀ ਨਹੀਂ, ਇਹ ਗੱਲ ਹਜ਼ਮ ਨਹੀਂ ਹੁੰਦੀ ਵੀ ਇਹ ਕਾਨੂੰਨ ਵਾਪਸ ਕਿਹੜੀ ਗੱਲੋਂ ਲੈ ਲਏ। ਰਾਜਸਥਾਨ ਦੇ ਰਾਜਪਾਲ ਸਾਹਿਬ ਦੀ ਗੱਲ ਕਰ ਲਓ, ਕਲਰਾਜ ਮਿਸ਼ਰਾ ਦੀ, ਉਹ ਪਤਾ ਕੀ ਕਹਿੰਦੇ, ਕਹਿੰਦੇ ਵੀ ਇਹ ਸਮਾਂ ਨਹੀਂ ਸਹੀ, ਇਹਦੇ ਕਰਕੇ ਕਾਨੂੰਨ ਵਾਪਸ ਲੈ ਗਏ। ਕੋਈ ਗੱਲ ਨਹੀਂ, ਕਾਨੂੰਨ ਆਉਂਦੇ ਜਾਂਦੇ ਰਹਿੰਦੇ ਆ, ਇਹਦੇ ਵਿੱਚ ਕਿਹੜੀ ਗੱਲ ਨਵੇਂ ਬਣ ਜਾਣਗੇ। ਅੱਛਾ ਜੀ। ਫਿਰ ਜਿਹੜਾ ਦਿੱਲੀ ਦਾ ਸੰਸਦ ਮੈਂਬਰ ਮਨੋਜ ਤਿਵਾੜੀ, ਉਹਨੂੰ ਵੀ ਇਸ ਗੱਲ ਦਾ ਬੜਾ ਦੁੱਖ ਆ ਵੀ ਭਾਈ ਕਾਨੂੰਨ ਵਾਪਸ ਕਿਹੜੀ ਗੱਲੋਂ ਹੋ ਗਏ। ਆ ਕੰਗਣਾ ਰਣੌਤ ਤਾਂ ਆਪਦੇ ਬੋਦੇ ਪੱਟੀ ਜਾਂਦੀ ਉਸ ਦਿਨ ਦੀ, ਉਹਦੀ ਮੈਂ ਕਰਾਂ ਤਾਂ ਕੀ ਕਰਾਂ। ਉਹ ਤਾਂ ਇਹ ਗੱਲ ਕਹੀ ਜਾਂਦੀ ਆ ਵੀ ਇੰਦਰਾ ਗਾਂਧੀ ਨੇ ਇਹਨਾਂ ਲੋਕਾਂ ਨੂੰ ਮੱਛਰ ਵਾਂਗ ਕੁਚਲਿਆ ਸੀ, ਅੱਜ ਤੱਕ ਇਹ ਉਹਦੇ ਨਾਂ ਤੋਂ ਥਰ ਕੇ ਕੰਬਦੇ ਆ। ਸੋ ਇਦਾਂ ਦੀਆਂ ਊਲ ਜਲੂਲ ਬੋਲਬਾਣੀਆਂ ਬਕਵਾਸ ਗੱਲਾਂ ਕੀਤੀਆਂ ਜਾ ਰਹੀਆਂ, ਜਿਹਦੇ ਉੱਤੇ ਰਹਿ ਕੇ ਦੁੱਖ ਹੁੰਦਾ। ਤੇ ਪਤਾ ਕੀ ਕਹਿੰਦੀ, ਕਹਿੰਦੀ ਜੇਕਰ ਸੜਕਾਂ ਦੇ ਉੱਤੇ ਬੈਠੇ ਹੋਏ ਲੋਕ ਪਾਰਲੀਮੈਂਟ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਫੈਸਲੇ ਵਾਪਸ ਲੈਣ ਲਈ ਮਜਬੂਰ ਕਰਨਗੇ ਤਾਂ ਭਾਰਤ ਇੱਕ ਜਿਹਾਦੀ ਰਾਸ਼ਟਰ ਹੈ। ਤੇ ਕਹਿੰਦੀ ਵੀ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ, ਬੜਾ ਸ਼ਰਮਨਾਕ ਹੈ ਕਾਨੂੰਨ ਵਾਪਸ ਲੈ ਲੇ ਤੇ ਇਹਨੂੰ ਪੁੱਛਣ ਵਾਲਾ ਹੋਵੇ, ਜਾਂ ਜਿਹੜੇ ਵੀ ਇਹ ਗੱਲਾਂ ਕਹਿੰਦੇ ਉਹਨਾਂ ਸਾਰਿਆਂ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੇ ਇਹ ਸੜਕਾਂ ਦੇ ਉੱਤੇ ਬੈਠੇ ਆ ਨਾ, ਇਹ ਹੀ ਕਤਾਰਾਂ ਦੇ ਵਿੱਚ ਖੜ ਕੇ 2-2 3-3 ਘੰਟੇ ਵੋਟਾਂ ਪਾ ਕੇ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾ ਕੇ ਆਏ ਸੀ। ਜੀ ਮੈਂ ਵੀ ਇਹੀ ਕਹਿਣ ਲੱਗੀ ਸੀ ਵੀ ਪਾਰਲੀਮੈਂਟ ਤੱਕ ਪਹੁੰਚਾਇਆ ਕਿਹਨੇ ਸੀ, ਕੱਲੀ ਤੇਰੀ ਵੋਟ ਨਾਲ ਪਹੁੰਚੇ ਸੀ ਪਾਰਲੀਮੈਂਟ ਤੱਕ। ਇਹਨਾਂ ਲੋਕਾਂ ਦੀਆਂ ਵੋਟਾਂ ਦਾ ਕਰਕੇ ਹੀ ਉੱਚੀਆਂ ਕੁਰਸੀਆਂ ਮਿਲੀਆਂ, ਇਹਨਾਂ ਲੋਕਾਂ ਦੀਆਂ ਵੋਟਾਂ ਦਾ ਕਰਕੇ ਹੀ ਅੱਜ ਤੁਸੀਂ ਮਹਿੰਗੀਆਂ ਗੱਡੀਆਂ ਦੇ ਵਿੱਚ ਝੂਟੇ ਲੈਂਦੇ ਹੋ। ਤੈਨੂੰ ਵੀ ਜੇਕਰ ਦੇਖੀਏ ਤਾਂ ਤੂੰ ਜਿਹੜੇ ਕੰਮ ਦੇ ਵਿੱਚ ਹੈ, ਜਿਹੜਾ ਕਿੱਤਾ ਹੈ ਤੇਰਾ, ਚੱਲ ਨਹੀਂ ਰਿਹਾ ਜੀ, ਜਿਹੜਾ ਚੱਲ ਨਹੀਂ ਰਿਹਾ, ਤੈਨੂੰ ਵੀ ਨਾਮ ਤਾਂ ਹੀ ਮਿਲਿਆ ਕਿ ਇਹਨਾਂ ਲੋਕਾਂ ਨੇ ਤੇਰੀਆਂ ਫਿਲਮਾਂ ਵੇਖੀਆਂ ਤੇ ਅੱਜ ਤੂੰ ਇਹਨਾਂ ਨੂੰ ਜਿਹਾਦੀ ਦੱਸਦੀਆਂ। ਜਦੋਂ ਤੱਕ ਮਤਲਬ ਜੋ ਮੂੰਹ ਚ ਆਉਂਦਾ ਤੁਸੀਂ ਬੋਲਦੇ ਹੋ, ਹੈ ਨਾ। ਇਹਨੂੰ ਤਾਂ ਕੋਈ ਇਹ ਪੁੱਛੇ ਵੀ ਕੀ 2014 ਤੋਂ ਪਹਿਲਾਂ ਧਰਤੀ ਘੁੰਮਦੀ ਸੀ ਕਿ ਉਹ ਵੀ ਬਾਅਦ ਚ ਘੁੰਮਣੀ ਸ਼ੁਰੂ ਹੋਈ ਹੈ, ਸ਼ਾਇਦ ਕਿਉਂਕਿ ਇਹਦੇ ਹਿਸਾਬ ਨਾਲ ਤਾਂ ਸਾਰਾ ਕੁਝ ਉਸ ਤੋਂ ਬਾਅਦ ਹੀ ਹੋਇਆ। ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਇਹਨਾਂ ਨੂੰ ਗੱਲ ਹਜ਼ਮ ਕਿਉਂ ਨਹੀਂ ਹੁੰਦੀ ਜੀ। ਇਹ ਤਾਂ ਇਸ ਗੱਲ ਦੇ ਉੱਤੇ ਖਾਰ ਹੀ ਰੱਖੀ ਬੈਠੇ ਮਨ ਦੇ ਵਿੱਚ ਵੀ ਯਾਰ ਇਹ ਕਿਵੇਂ ਹੋ ਗਿਆ। ਹੁਣ ਅਸੀਂ ਕੀ ਕਹਾਂਗੇ, ਇਹਨਾਂ ਨੇ ਤਾਂ ਬਹੁਤ ਲੰਮੀਆਂ ਚੌੜੀਆਂ ਗੱਲਾਂ ਕੀਤੀਆਂ ਸੀ ਵੀ ਇਹ ਨਹੀਂ ਬਸ ਗੱਲ ਖਤਮ ਹੋ ਗਈ, ਇਹ ਵਿਹਲੇ ਬੈਠੇ ਆ। ਇੱਕ ਮੇਰੀ ਬੇਨਤੀ ਆ, ਜਿਹੜੇ ਕਹਿੰਦੇ ਸੀ ਨਾ ਵੀ ਇਹ ਤਾਂ ਕੁਝ ਕੁ ਕਿਸਾਨ ਹਨ,
ਇਹ ਤਾਂ ਮੁੱਠੀ ਭਰ ਕਿਸਾਨ ਹਨ। ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਤਾਂ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਹਨ। ਉਹਨਾਂ ਸਾਰੇ ਹੀ ਮੰਤਰੀਆਂ ਨੂੰ, ਉਹਨਾਂ ਸਾਰੇ ਹੀ ਰਾਜਨੀਤਿਕ ਲੋਕਾਂ ਨੂੰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਕਹਿੰਦੇ ਸੀ ਵੀ ਭਾਈ ਬਹੁਤ ਵੱਡੀ ਗਿਣਤੀ ਵਿੱਚ ਕਾਨੂੰਨ ਦੇ ਹੱਕ 'ਚ ਹਨ, ਹੁਣ ਤੁਸੀਂ ਰੱਦ ਕਰਨ ਦਾ ਫੈਸਲਾ ਕਰ ਲਿਆ। ਹੁਣ ਅਸੀਂ ਇਹ ਦੇਖਣਾ ਚਾਹੁੰਦੇ ਆ ਵੀ ਕੀ ਉਹ ਜਿਹੜੇ ਹੱਕ ਦੇ ਵਿੱਚ ਸਨ ਉਹ ਆਉਂਦੇ ਨੇ ਅੱਗੇ ਉਹ ਹੁਣ ਕਿਵੇਂ? ਇੰਨਾ ਲੰਮਾ ਸਮਾਂ ਧਰਨਾ ਲਾਉਂਦੇ ਵੀ ਨਹੀਂ ਅਸੀਂ ਇਸ ਗੱਲੋਂ ਗੁੱਸੇ ਆ, ਤੁਸੀਂ ਇਹ ਵਾਪਸ ਕਾਹਤੋਂ ਲੈਂਦੇ ਆ, ਬਿਲਕੁਲ ਸਾਡਾ ਸਹੀ ਤਾਂ ਹੈ। ਨੁਕਸਾਨ ਕਰਤਾ। ਜੀ ਨਾਲੇ ਗੱਲ ਇਹ ਹੈ ਨਾ ਟਾਣਾ ਸਾਹਿਬ, ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਆ ਕੁੜੀ ਦਾ ਕੋਈ ਸਟੈਂਡ ਹੀ ਹੈ ਨਹੀਂਗਾ। ਕਦੇ ਤਾਂ ਇਹ ਬੀਜੇਪੀ ਦਾ ਬਹੁਤ ਗੁਣਗਾਨ ਕਰਦੀ ਹੈ, ਹਮਾਰੇ ਪ੍ਰਧਾਨ ਮੰਤਰੀ, ਮਾਨਨੀय ਪ੍ਰਧਾਨ ਮੰਤਰੀ, ਤੇ ਹੁਣ ਅੱਜ ਕੱਲ ਇਹਨੂੰ ਇੰਦਰਾ ਗਾਂਧੀ ਜੀ ਚੰਗੇ ਲੱਗਣ ਲੱਗ ਗਏ ਨੇ, ਉਹਨਾਂ ਦੀਆਂ ਤਸਵੀਰਾਂ ਪਾਉਣ ਲੱਗ ਗਈ ਹੈ। ਆਪਾਂ ਘੱਟੋ ਘੱਟ ਕਿਸੇ ਇੱਕ ਦੇ ਪੱਖ 'ਚ ਹੋ ਜਾਈਏ, ਕਦੇ ਇੱਧਰ ਕਦੇ ਉੱਧਰ, ਗੇਂਦ ਹੀ ਬਣੇ ਪਏ ਆ। ਥਾਲੀ ਦਾ ਬੈਂਗਣੀ ਬਣ ਗਏ ਆਪਾਂ ਜੀ ਟਾਣਾ ਸਾਹਿਬ, ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆਈਆਂ ਜਿਨ੍ਹਾਂ ਨੂੰ ਵੇਖ ਕੇ ਅੱਖਾਂ 'ਚ ਪਾਣੀ ਵੀ ਆਇਆ, ਮਨ 'ਚ ਖੁਸ਼ੀ ਵੀ ਆਈ, ਬਹੁਤ ਸਾਰੇ ਖਿਆਲ ਅੱਗੇ ਆਏ। ਜਦੋਂ ਆਪਾਂ ਬਾਰਡਰਾਂ ਦੇ ਉੱਪਰ ਗਏ ਸੀ ਬਹੁਤ ਕੁਝ ਮਹਿਸੂਸ ਕੀਤਾ। ਉਦੋਂ ਜੋ ਇੱਕ ਕਹਿ ਲਓ ਪ੍ਰੈਸ਼ਰ ਸੀ, ਇੱਕ ਤਣਾਅ ਸੀ, ਇੱਕ ਮਾਹੌਲ ਹੋ ਜਿਹਾ ਸੀ, ਉਦੋਂ ਲੱਗਦਾ ਸੀ ਪਤਾ ਨਹੀਂ ਕੀ ਬਣੂਗਾ। ਪਰ ਇਹਨਾਂ ਲੋਕਾਂ ਨੂੰ ਵੇਖ ਕੇ ਬੜਾ ਮਾਣ ਹੁੰਦਾ ਸੀ ਕਿ ਇਹ ਡਟੇ ਹੋਏ ਨੇ, ਚਾਹੇ ਜਿਹੜੀ ਮਰਜ਼ੀ ਉਮਰ ਹੋਏ, ਕੋਈ ਬੱਚਾ ਹੈ, ਕੋਈ ਬਜ਼ੁਰਗ ਹੈ, ਕੋਈ ਜਵਾਨ ਹੈ, ਕੋਈ ਭੈਣ ਹੈ, ਕੋਈ ਮਾਂ ਹੈ, ਉਹ ਸਾਰੇ ਡਟੇ ਹੋਏ ਨੇ। ਦੇਖ ਕੇ ਬੜੀ ਤਸੱਲੀ ਹੁੰਦੀ ਸੀ। ਪਰ ਇੱਕ ਨਾ ਮੈਂ ਵੀਡੀਓ ਵੇਖੀ, ਉਹਦੇ ਵਿੱਚ ਇੱਕ ਬਾਪੂ ਜੀ ਨੇ, ਮੇਰੇ ਖਿਆਲ ਨਾਲ 80-85 ਸਾਲ ਦੀ ਉਮਰ ਹੋਏਗੀ ਉਹਨਾਂ ਦੀ, ਉਹਨਾਂ ਦੇ ਹੱਥ 'ਚ ਖੁੰਡਾ ਫੜਿਆ ਹੋਇਆ ਹੈ ਤੇ ਉਹ ਟਰੈਕਟਰ ਦੇ ਉੱਪਰ ਚੜੇ ਹੋਏ ਨੇ ਤੇ ਉਹ ਉੱਚੀ ਉੱਚੀ ਮਤਲਬ ਗਾਣੇ ਚੱਲ ਰਹੇ ਨੇ ਤੇ ਉੱਚੀ ਉੱਚੀ ਉਹਨਾਂ ਗਾਣਿਆਂ ਨੂੰ ਆਪ ਵੀ ਗੁੰਗੁਣਾ ਰਹੇ ਨੇ ਤੇ ਨੱਚ ਰਹੇ ਨੇ। ਉਹਨਾਂ ਨੂੰ ਵੇਖ ਕੇ ਇੰਨਾ ਚੰਗਾ ਲੱਗਿਆ ਕਿ ਵੇਖੋ ਇਹਨਾਂ ਲੋਕਾਂ ਦੇ ਕਰਕੇ ਇਹ ਸਾਰਾ ਕੁਝ ਹੋ ਸਕਿਆ ਨਾ। 11-11 ਮਹੀਨੇ, 12-12 ਮਹੀਨੇ, ਹੁਣ ਤਾਂ ਹੋ ਹੀ ਗਏ 12 ਮਹੀਨੇ, ਇੱਕ ਆਪਣੇ ਘਰ-ਬਾਰ ਨੂੰ ਛੱਡ ਕੇ, ਆਪਣੇ ਪਰਿਵਾਰ ਨੂੰ ਛੱਡ ਕੇ ਸੜਕਾਂ ਦੇ ਉੱਪਰ ਕੱਢਿਆ ਇਹ ਸਾਲ ਤੇ ਅੰਤ ਨੂੰ ਜਿੱਤ ਹਾਸਲ ਹੋਈ। ਦੇਖੋ ਹਰਮਨ ਜੀ, ਗੱਲ ਇਹ ਵੀ ਬੇਜ਼ਮੀਰੇ ਨੇ ਜਿਹੜੇ, ਉਹ ਤਾਂ ਜੋ ਮਰਜ਼ੀ ਕਹਿਣ, ਚਲੋ ਉਹ ਤਾਂ ਧਰਤੀ ਦੇ ਉੱਤੇ ਭਾਰ ਹੀ ਆ। ਜਿਹੜੇ ਬੰਦੇ ਦੀ ਜ਼ਮੀਰ ਹੀ ਨਹੀਂ ਆਉਂਦੀ ਉਹਦੀ ਤਾਂ ਗੱਲ ਕਰਨੀ ਵੀ ਪਾਪ ਹੀ ਆ ਜੀ, ਉਹਦੀ ਗੱਲ ਹੋਣੀ ਵੀ ਨਹੀਂ ਚਾਹੀਦੀ। ਬੇਜ਼ਮੀਰੇ ਲੋਕ ਜੋ ਮਰਜ਼ੀ ਕਹਿੰਦੇ ਹੁਣ, ਪਰ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਆ। ਉਹਨਾਂ ਨੂੰ ਇਸ ਗੱਲ ਦੇ ਉੱਤੇ ਤਸੱਲੀ ਦਾ ਅਹਿਸਾਸ ਹੋਇਆ ਕਿ ਸਾਡੀ ਸਰਕਾਰ, ਸਾਡੀ ਹੀ ਚੁਣੀ ਹੋਈ ਸਰਕਾਰ, ਅਸੀਂ ਸਾਰੇ ਤਿਰੰਗੇ ਦਾ ਸਤਿਕਾਰ ਕਰਦੇ ਹਾਂ, ਅਸੀਂ ਭਾਰਤ ਦਾ ਸਨਮਾਨ ਕਰਦੇ ਹਾਂ, ਕਰਦੇ ਹੀ ਰਹਾਂਗੇ ਆਖਰੀ ਸਾਹ ਤੱਕ, ਅਸੀਂ ਇੱਥੇ ਹੀ ਦਮ ਤੋੜਾਂਗੇ। ਪਰ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਸੀ, ਅੱਜ ਉਹਨਾਂ ਨੂੰ ਨਾ ਬਸ ਚੱਪਣੀ ਨਹੀਂ ਲੱਭਦੀ। ਜੇ ਚੱਪਣੀ ਹੋਵੇ ਉਹ ਪਾਣੀ ਪਾ ਕੇ ਨੱਕ ਡਬੋਲਣ, ਕੀ ਪਤਾ ਉਹਨਾਂ ਦਾ ਕੰਮ ਤਮਾਮ ਹੋ ਜੇ। ਮੈਂ ਤਾਂ ਹੈਰਾਨ ਆ ਇਸ ਗੱਲ ਦੇ ਉੱਤੇ। ਉਹ ਹਾਲੇ ਵੀ ਕੁਝ ਨਾ ਕੁਝ ਬੋਲੀ ਜਾਂਦੇ ਆ, ਪਰ ਬਾਰਡਰਾਂ ਦੇ ਉੱਤੇ ਚਹਿਲ ਪਹਿਲ ਆ। ਪਰ ਇਸ ਜਿੱਤ ਦੇ ਵਿੱਚ ਇੱਕ ਮੇਰੀ ਬੇਨਤੀ ਹੈ ਸਾਰੇ ਹੀ ਵੀਰਾਂ ਨੂੰ, ਭੈਣਾਂ ਨੂੰ ਹੱਥ ਜੋੜ ਕੇ, ਉਹਨਾਂ 700 ਬੰਦਿਆਂ ਨੂੰ ਕਦੇ ਭੁੱਲਿਓ ਨਾ ਜਿਹੜੇ ਕਿ ਇੱਥੇ ਜੇਕਰ ਜਿਉਂਦੇ ਹੁੰਦੇ ਤਾਂ ਅੱਜ ਉਹ ਵੀ ਤਸੱਲੀ ਦੇ ਵਿੱਚ, ਅੱਜ ਉਹ ਵੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ। ਅਸੀਂ ਆਮ ਤੌਰ ਦੇ ਉੱਤੇ ਢੋਲ ਵਾਜੇ ਦੇ ਵਿੱਚ, ਅਸੀਂ ਲੱਡੂ ਖਵਾਉਣ ਤੇ ਖਾਣ ਦੇ ਵਿੱਚ ਭੁੱਲ ਜਾਂਦੇ ਹੁੰਦੇ ਆ ਵੀ ਪਿਛਲੇ ਪਾਸੇ ਕਿਵੇਂ ਕੀ ਕੁਝ ਹੁੰਦਾ ਰਿਹਾ। ਇਹਨਾਂ 12 ਮਹੀਨਿਆਂ ਦੇ ਵਿੱਚ, ਪੌਣੇ 12 ਮਹੀਨਿਆਂ ਦੇ ਵਿੱਚ ਬਹੁਤ ਕੁਝ ਹੋਇਆ, ਵਾਪਰਿਆ। ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਵਿਸ਼ੇ ਆ ਨਾ, ਮੇਰੀ ਭੈਣਾਂ ਵੀਰਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ, ਉਹਨਾਂ ਦੇ ਘਰ ਦੀ ਸਾਰ ਜ਼ਰੂਰ ਲਿਓ, ਗਾਹੇ ਬਗਾਹੇ ਮਿਲਦੇ ਗਿਲਦੇ ਜ਼ਰੂਰ ਲਿਓ। ਜੇ ਉਹਨਾਂ ਦੇ ਘਰ ਦੇ ਵਿੱਚ ਰਾਸ਼ਨ ਨਾ ਹੋਵੇ ਤਾਂ ਰਾਸ਼ਨ ਪਹੁੰਚਦਾ ਕਰਦਿਆ ਕਰਿਓ। ਜੇ ਉਹਨਾਂ ਦੇ ਘਰ ਦਾ ਬਿਜਲੀ ਦਾ ਬਿੱਲ ਨਾ ਦਿੱਤਾ ਜਾਵੇ, ਕੀ ਪਤਾ ਬੰਦਾ ਕਮਾਉਣ ਵਾਲਾ ਹੀ ਇੱਕ ਹੋਵੇ, ਤਾਂ ਉਹਨਾਂ ਦਾ ਬਿਜਲੀ ਦਾ ਬਿੱਲ ਪਿੰਡ ਵਾਲੇ, ਮੁਹੱਲੇ ਵਾਲੇ, ਗਲੀ ਵਾਲੇ, ਪੰਚਾਇਤ ਵਾਲੇ, ਕਿਸਾਨ ਜਥੇਬੰਦੀਆਂ ਇਕੱਠਾ ਕਰਕੇ ਦੇ ਦਿਆ ਕਰਨ। ਮੇਰੀ ਕਲੱਬਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਪੀੜ ਨੂੰ ਆਪਣੀ ਪੀੜ ਸਮਝਿਓ। ਤੇ ਇੱਕ ਮੈਂ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਜਦੋਂ ਅਸੀਂ ਖੁਸ਼ੀ ਦੇ ਵਿੱਚ ਹੁੰਨੇ ਕਈ ਚੀਜ਼ਾਂ ਭੁੱਲ ਜਾਂਦੇ ਆ। ਗੋਲਡਨ ਹੱਟ ਵਾਲੇ ਬਾਈ ਜੀ ਨੂੰ ਵੀ ਕਦੇ ਭੁੱਲ ਨਾ ਜਾਇਓ। ਇਹ ਨਾ ਹੋਵੇ ਵੀ ਜਦੋਂ ਵੀ ਆਪਾਂ ਕਿਸਾਨ ਅੰਦੋਲਨ ਸਮਾਪਤ ਕੀਤਾ, ਜਦੋਂ ਵੀ ਕੀਤਾ, ਤੇ ਉਹਨੂੰ ਆਪਾਂ ਭੁੱਲ ਜਾਈਏ। ਉੱਥੇ ਬ੍ਰੇਕ ਲਾ ਕੇ, ਚਾਹ ਪਾਣੀ ਪੀ ਕੇ, ਲੰਗਰ ਪ੍ਰਸ਼ਾਦਾ ਉੱਥੋਂ ਛਕ ਕੇ ਤੇ ਉਹਦਾ ਭੁਗਤਾਨ ਕਰਕੇ ਫੇਰ ਜਾਇਆ ਕਰਕੇ। ਉਹਨੇ ਸਾਡੇ ਲਈ ਬਹੁਤ ਕੁਝ ਕੀਤਾ। ਬਿਲਕੁਲ, ਗੋਲਡਨ ਹੱਟ ਵਾਲੇ ਭਾਈ ਸਾਹਿਬ, ਉਸ ਤੋਂ ਇਲਾਵਾ ਬਹੁਤ ਸਾਰੇ ਪੈਟਰੋਲ ਪੰਪਸ ਇਹੋ ਜਿਹੇ ਸੀ ਜਿਨ੍ਹਾਂ ਨੇ ਮੁਫਤ ਦੇ ਵਿੱਚ ਟਰੈਕਟਰਾਂ ਦੇ ਵਿੱਚ ਤੇਲ ਭਰਿਆ। ਉਹਨਾਂ ਸਾਰੇ ਵੀਰਾਂ ਨੂੰ ਬਿਲਕੁਲ ਨਾ ਭੁੱਲਿਓ। ਇਹ ਸਾਡੀ ਹੁਣ ਜ਼ਿੰਮੇਵਾਰੀ ਹੈ। ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਕੱਲ ਨੂੰ ਸਾਡੇ ਨਾਲ ਕੋਈ ਖੜੇਗਾ। ਔਰ ਉਹਨਾਂ ਨੇ ਨਿਰਸਵਾਰਥ ਹੋ ਕੇ, ਬਿਨਾਂ ਕਿਸੇ ਲਾਲਚ ਦੇ ਸਾਡੇ ਨਾਲ ਆ ਕੇ ਡਟ ਕੇ ਉਹ ਲੋਕ ਖੜੇ ਨੇ। ਇਹ ਜਿੰਨੇ ਵੀ ਖੜੇ ਨੇ, ਜਿੰਨੇ ਵੀ ਲੋਕ ਨੇ, ਜਿੰਨੀਆਂ ਵੀ ਸੰਸਥਾਵਾਂ ਨੇ ਜਿਹੜੀਆਂ ਅੱਗੇ ਆਈਆਂ, ਇਹਨਾਂ ਨੂੰ ਬਿਲਕੁਲ ਵਿਸਾਰਨ ਦੀ, ਭੁੱਲਣ ਦੀ ਲੋੜ ਨਹੀਂ। ਔਰ ਜਿਨ੍ਹਾਂ ਦੀ ਤੁਸੀਂ ਸ਼ਹੀਦਾਂ ਦੀ ਗੱਲ ਕਰ ਰਹੇ ਸੀ, ਜੇਕਰ ਕਿਸੇ ਦਾ ਬੱਚਾ ਪੜ੍ਹਾਉਣ ਵਾਲਾ ਹੈ ਤਾਂ ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ, ਉਹਨਾਂ ਨੂੰ ਪੜ੍ਹਾ ਦਈਏ। ਜੇ ਕਿਸੇ ਦੀ ਧੀ ਭੈਣ ਵਿਆਹੁਣ ਵਾਲੀ ਹੈ, ਆਪਾਂ ਉਹਨੂੰ ਵਿਆਹ ਦਈਏ। ਜੇ ਕਿਸੇ ਦੇ ਘਰ 'ਚ ਕੋਈ ਸਮੱਸਿਆ ਹੈ, ਆਪਾਂ ਉਸ ਸਮੱਸਿਆ ਦਾ ਹੱਲ ਕਰ ਦਈਏ। ਇਹ ਸਾਡੀ, ਤੁਹਾਡੀ, ਸਾਰਿਆਂ ਦੀ ਜ਼ਿੰਮੇਵਾਰੀ ਹੈ। ਤੇ ਸ਼ਹੀਦੀ ਦੇ ਉੱਤੇ ਪਰਿਵਾਰ ਦੇ ਜੀਆਂ ਨੂੰ ਮਾਣ ਵੀ ਫੇਰ ਹੀ ਹੋਊਗਾ। ਅਸੀਂ ਉਦਾਂ ਹੀ ਨਾ ਇਕੱਲਾ ਵੀ ਸ਼ਹੀਦ ਹੋ ਗਏ ਐਦਾਂ ਨਾ ਕਰੀ ਜਾਗੇ। ਉਹਨਾਂ ਦੇ ਟੱਬਰ ਦੇ ਜੀਆਂ ਨੂੰ ਅਹਿਸਾਸ ਕਰਾਈਏ ਵੀ ਉਹਨਾਂ ਨੇ ਸਾਡੇ ਲਈ, ਸਾਡੀਆਂ ਆਪਣੀਆਂ ਜ਼ਮੀਨਾਂ ਲਈ,
ਸਾਡੀਆਂ ਫਸਲਾਂ ਤੇ ਸਾਡੀਆਂ ਨਸਲਾਂ ਲਈ ਜਾਨ ਦਿੱਤੀ ਆ, ਭਾਵੇਂ ਕਿਸੇ ਵੀ ਰੂਪ ਦੇ ਵਿੱਚ ਚਲੀ ਗਈ ਹੈ ਜਾਨ, ਤੇ ਤੁਹਾਡੇ ਨਾਲ ਖੜੇ ਆ, ਤੁਹਾਡੀ ਹਿੱਕ ਦੇ ਵਾਲ ਬਣ ਕੇ ਖੜੇ ਆ। ਬਿਲਕੁਲ ਸਹੀ। ਚਿੰਤਾ ਨਹੀਂ ਕਰਨੀਗੀ, ਉਹ ਹੈ ਨਹੀਂ ਦੁਨੀਆ ਦੇ ਉੱਤੇ, ਅਸੀਂ ਹੈਗੇ ਆ। ਇਹ ਨਾ ਹੋਵੇ ਆਪਾਂ ਕਲਬੂਤ ਬਣ ਜਾਈਏ। ਬਿਲਕੁਲ ਕੱਲੇ ਕਲਬੂਤ ਨਹੀਂ, ਅੰਦਰ ਸਾਰਾ ਕੁਝ ਜਾਗਦਾ ਤੇ ਜਿਉਂਦਾ ਰੱਖੀਏ। ਜੀ ਬਿਲਕੁਲ, ਇਹ ਸਾਡੀ ਜ਼ਿੰਮੇਵਾਰੀ ਆ। ਆਪਣੀਆਂ ਜ਼ਿੰਮੇਵਾਰੀਆਂ ਨੂੰ ਅਸੀਂ ਪਛਾਣੀਏ ਤੇ ਤਾਂ ਹੀ ਵਧੀਆ ਲੱਗੂਗਾ, ਹੈ ਨਾ। ਨਹੀਂ ਤਾਂ ਬਹੁਤ ਸਾਰੇ ਲੋਕ ਆਉਂਦੇ ਨੇ, ਬਹੁਤ ਸਾਰੇ ਲੋਕ ਬਹੁਤ ਕੁਝ ਕਹਿ ਜਾਂਦੇ ਨੇ, ਹੈ ਨਾ। ਅਸੀਂ ਅਕਸਰ ਉਹਨਾਂ ਗੱਲਾਂ ਨੂੰ ਚੇਤੇ ਰੱਖਦੇ ਹਾਂ, ਪਰ ਜਿਨ੍ਹਾਂ ਨੇ ਸਾਡੇ ਲਈ ਕੁਝ ਕੀਤਾ ਹੈ ਅਸੀਂ ਉਹਨਾਂ ਨੂੰ ਵੀ ਯਾਦ ਉਹਨਾਂ ਮਤਾਵਾਂ ਨੂੰ ਕਦੇ ਭੁੱਲਿਓ ਨਾ। ਪਤਾ ਨਹੀਂ ਜ਼ਿੰਦਗੀ ਦਾ ਪਾਣੀ ਦਾ ਬੁਲਬੁਲਾ ਕਦੋਂ ਫੁੱਟ ਜਾਣਾ। ਜਿਹੜੀਆਂ ਦੇ ਕੁੱਬ ਪਿਆ ਹੋਇਆ, ਜਿਹੜੀਆਂ ਐ ਤੁਰਦੀਆਂ ਸੀ ਤੇ ਉਹ ਇਹ ਗੱਲ ਕਹਿਣੀਆਂ ਸੀ ਵੀ ਪੁੱਤ ਇੱਕ ਨਾ ਇੱਕ ਦਿਨ ਤਾਂ ਉਹ ਹਾਰੂਗਾ। ਉਹਨਾਂ ਬਾਬਿਆਂ ਨੂੰ ਕਦੇ ਨਾ ਭੁੱਲਿਓ ਵੀ ਜਿਹਨਾਂ ਦੇ ਹੱਥ ਕੰਮਦੇ ਸੀ ਐ ਰੋਟੀ ਖਾਂਦਿਆਂ ਵੀ ਐ ਕਰਕੇ, ਜੀ ਜੀ ਜੀ, ਤੇ ਉਹ ਫਿਰ ਵੀ ਕਹਿੰਦੇ ਸੀ ਪੁੱਤ ਇੱਥੋਂ ਲਾਸ਼ ਹੀ ਜਾਊਗੀ, ਜਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ। ਉਹਨਾਂ ਭੈਣਾਂ ਨੂੰ ਕਦੇ ਭੁੱਲਿਓ ਨਾ ਜਿਨ੍ਹਾਂ ਦੇ ਪਤੀ ਦੇਵ ਤੁਰ ਗਏ, ਪਰ ਪਤੀ ਦੇਵ ਦੇ ਸੰਸਕਾਰ ਤੋਂ ਬਾਅਦ, ਭੋਗ ਤੋਂ ਬਾਅਦ ਤੁਰੰਤ ਉਹ ਆਪ ਪਹੁੰਚ ਗਈਆਂ ਵੀ ਸਾਡੇ ਘਰ ਦੇ ਵਿੱਚੋਂ ਇੱਕ ਬੰਦਾ ਇੱਥੇ ਹੋਣਾ ਚਾਹੀਦਾ। ਜੀ ਬਹੁਤ ਸਾਰੇ ਨੌਜਵਾਨਾਂ ਨੇ ਜਿਨ੍ਹਾਂ ਦੇ ਘਰ ਦੇ ਵਿੱਚ 12-12 13-13 ਸਾਲ ਬਾਅਦ ਜਵਾਕ ਹੋਇਆ, ਉਹਨਾਂ ਨੇ ਉਹਦੀ ਖੁਸ਼ੀ ਵੀ ਉੱਥੇ ਮਨਾਈ ਹੈ। ਉਹਨਾਂ ਨੇ ਉੱਥੇ ਹੀ ਲੱਡੂ ਵੰਡ ਕੇ ਕਿਹਾ ਵੀ ਕੋਈ ਨਹੀਂ, ਪੁੱਤ ਨੂੰ ਜਾ ਕੇ ਮਿਲ ਲਵਾਂਗੇ, ਪਹਿਲਾਂ ਇੱਥੋਂ ਜਿੱਤ ਕੇ ਜਾਈਏ। ਉਹਨਾਂ ਦੀ ਵੀ ਬਹੁਤ ਵੱਡੀ ਦੇਣਾ ਟਹਿਣਾ ਸਾਹਿਬ, ਘਰ 'ਚ ਐਡੀ ਵੱਡੀ ਖੁਸ਼ੀ ਹੋਵੇ ਨਾ ਤੇ ਬੰਦੇ ਦਾ ਜੀ ਨਹੀਂ ਕਰਦਾ ਕਿਤੇ ਹੋਰ ਜਾਣ ਨੂੰ। ਬੰਦਾ ਘਰੋਂ ਬਾਹਰ ਗਵਾਂਢੀਆਂ ਦੇ ਵੀ ਨਹੀਂ ਜਾਂਦਾ ਵੀ ਨਹੀਂ ਮੇਰੇ ਘਰ 'ਚ ਨਵਾਂ ਜੀ ਆਇਆ, ਮੈਂ ਇਹਦੇ ਨਾਲ ਖੇਡਾਂ, ਇਹਨੂੰ ਪਿਆਰ ਕਰਾਂ, ਹਨਾ। ਤੇ ਉਹ ਕਿੱਡਾ ਜੇਰਾ ਕਰਕੇ ਕਿ ਰੱਬ ਨੇ 12-13 ਸਾਲ ਬਾਅਦ ਐਡੀ ਖੁਸ਼ੀ ਦਿੱਤੀ ਤੇ ਫਿਰ ਵੀ ਉੱਥੇ ਡਟੇ ਹੋਏ ਨੇ ਵੀ ਕੋਈ ਨਹੀਂ, ਜਿੱਤ ਕੇ ਜਾਵਾਂਗੇ। ਸੜਕਾਂ ਦੇ ਉੱਤੇ 1 ਸਾਲ ਸੌਣ ਵਾਲਿਆਂ ਨੂੰ ਸਲਾਮ। ਜੀ ਬਿਲਕੁਲ। ਆਪਦੇ ਲਈ ਰੋਟੀ ਬਣਾ ਕੇ ਭੁੱਖਿਆਂ ਨੂੰ ਰਜਾਉਣ ਵਾਲਿਆਂ ਨੂੰ ਸਲਾਮ। ਬਿਲਕੁਲ ਸਹੀ। ਜਿਹੜੇ ਲੋਕਾਂ ਨੂੰ ਟੈਂਟ ਪਾਟ ਗਏ ਉਹ ਐਂ ਪਏ ਰਹੇ, ਉਹਨਾਂ ਨੂੰ ਸਲਾਮ। ਜੀ। ਜਿਨ੍ਹਾਂ ਦੇ ਟੈਂਟਾਂ ਨੂੰ ਅੱਗ ਲੱਗ ਗਈ ਉਹ ਫਿਰ ਵੀ ਡਟੇ ਰਹੇ, ਉਹਨਾਂ ਨੂੰ ਵੀ ਸਲਾਮ। ਮੀਂਹ ਨੇਰੀ ਝੱਖੜ ਝੁੱਲੇ ਦੇ ਵਿੱਚ ਚਾਨਣੀਆਂ ਉੱਡ ਗਈਆਂ, ਉਹਨਾਂ ਨੂੰ ਵੀ ਸਲਾਮ। ਜਿਹੜੇ ਲੋਕ ਦੂਜੇ ਦੇ ਲਈ ਢਾਲ ਬਣਦੇ ਰਹੇ ਆ, ਉਹਨਾਂ ਨੂੰ ਵੀ ਸਲਾਮ। ਤੇ ਜਿਹੜੇ ਵਾਹਿਗੁਰੂ ਵਾਹਿਗੁਰੂ ਉੱਥੇ ਪਾਠ ਕਰੀ ਗਏ ਆ ਤੇ ਉਧਰੋਂ ਡਲੇ ਪੈਂਦੇ ਸੀ, ਉਹਨਾਂ ਦੇ ਸਿਦਕ ਨੂੰ ਵੀ ਸਲਾਮ। ਬਿਲਕੁਲ ਸਹੀ। ਇਹ ਗੱਲ ਛੋਟੀ ਨਹੀਂ ਗੀ, ਇਹ ਗੱਲ ਬਹੁਤ ਵੱਡੀ ਹੈ। ਤੇ ਜਦੋਂ ਆ ਕਾਨੂੰਨਾਂ ਦੀ ਗੱਲ ਚੱਲੀ ਤਾਂ ਮੈਨੂੰ ਨਾ ਹਰਭਜਨ ਸਿੰਘ ਦੀ ਫਿਰਕੀ ਗੇਂਦਬਾਜ਼ੀ ਬਹੁਤ ਚੇਤੇ ਆਈ। ਕਿਉਂ? ਉਹ ਐਂ ਮਾਰਦਾ ਐ ਕਰਕੇ, ਐਂ ਜੇ ਕਰਕੇ ਮਾਰਦਾ, ਇੱਥੇ ਤੇ ਘੁੰਮ ਕੇ ਐਂ ਜੇ ਨੂੰ ਚਲੀ ਜਾਂਦੀ ਆ। ਤੇ ਮੈਂ ਉਦੋਂ ਹੀ ਸੋਚੀ ਗਿਆ, ਮੈਂ ਕਿਹਾ ਯਾਰ ਵੀ ਕਿਸਾਨ ਤਾਂ ਲੱਡੂ ਵੰਡਣ ਤਾਂ ਗੱਲ ਵਧੀਆ ਲੱਗਦੀ ਆ ਵੀ ਉਹ ਜਿੱਤੇ ਆ। ਕਈ ਉਹ ਬੰਦੇ ਵੀ ਲੱਡੂ ਵੰਡੀ ਜਾਂਦੇ ਹੁਣ ਜਿਹੜੇ ਕਹਿੰਦੇ ਸੀ ਇਹ ਨਹੀਂ ਕਾਨੂੰਨ ਕਾਨੂੰਨ ਵਾਪਸ ਹੋਣੇ। ਮੈਂ ਕਿਹਾ ਗੇਂਦ ਗਈ ਕਿਹੜੇ ਪਾਸੇ ਨੂੰ ਆ। ਹਰਮਨ ਜੀ, ਅੱਜ ਦੀ ਇੱਕ ਨਵੀਂ ਤਾਜ਼ੀ ਖਬਰ ਆਈ ਹੈ ਕਿ ਲਖਨਊ ਦੇ ਵਿੱਚ ਜੀ ਜਿਸ ਤਰੀਕੇ ਦੇ ਐਲਾਨ ਕੀਤੇ ਗਏ ਆ ਨਾ ਕਿ ਇਹ ਕਿਸਾਨ ਅੰਦੋਲਨ ਇੱਥੋਂ ਚੱਕਿਆ ਨਹੀਂ ਜਾਊਗਾ। ਇਹ ਨਹੀਂ ਵੀ ਭਾਈ ਤੁਸੀਂ ਕਹਿਤਾ ਤੇ ਅਸੀਂ ਆਪਦਾ ਟੈਂਟ ਬੋਰੀਆ ਬਿਸਤਰਾ ਬੰਨਿਆ ਤੇ ਘਰਾਂ ਨੂੰ ਤੁਰ ਪਏ। ਜਿਸ ਤਰੀਕੇ ਦੇ ਨਾਲ ਆਪ ਜੀ ਕਹਿੰਦੇ ਕਿ ਕੁछ एक किसानों को हम समझा नहीं पाए, इसीलिए हम इन कानूनों को वापस लेने का ऐलान करते हैं। ਜਿਹੜੇ ਕੁਛ ਏਕ ਆ ਨਾ, ਜੇ ਕੁਛ ਏਕ ਹੀ ਹੁੰਦੇ ਤੇ ਫਿਰ ਤੁਸੀਂ ਮੰਨਦੇ ਨਹੀਂ ਸੀ। ਇਹ ਕੁਛ ਏਕ ਤੋਂ ਵੱਧ ਸੀ। ਹਾਂ ਵੀ ਕਦੇ ਐ ਹੁੰਦਾ ਟਾਣਾ ਸਾਹਿਬ ਕਿ ਜੇ ਬਹੁਤਾਤ ਹੱਕ ਦੇ ਵਿੱਚ ਹੈ ਤੇ ਕੁਛ ਕੁ ਉਹਦੇ ਹੱਕ 'ਚ ਨਹੀਂ ਹੈ ਤੇ ਤੁਸੀਂ ਕੁਛ ਕੁ ਕਰਕੇ ਰੱਦ ਕਰ ਦਿਓ। ਕੁਛ ਏਕ ਦੇ ਕਹੇ ਤਾਂ ਸਰਪੰਚ ਨਹੀਂ ਬਣਦਾ। ਉਹ ਵੀ ਕਹਿ ਦਿੰਦਾ ਵੀ ਜ਼ਿਆਦਾ ਲੋਕ ਮੇਰੇ ਪੱਖ 'ਚ ਨੇ, ਤੁਹਾਡੀ ਮੈਂ ਨਹੀਂ ਸੁਣਦਾ। ਤੇ ਇਹ ਕਿਵੇਂ ਸੁਣ ਲੈਣਗੇ? ਨਾਲੇ ਕੁਛ ਏਕ ਹੀ ਸੀ ਜੇ ਤਾਂ ਸਾਲ ਲੱਗਣਾ ਸੀ ਤੁਹਾਨੂੰ ਭਲਾ ਇਹ ਮੰਨਣ ਦੇ ਲਈ। ਇਹ ਤਾਂ ਗੱਲਾਂ ਨੇ। ਫਿਰ ਕਹਿੰਦੇ ਅੱਛਾ ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਕਿ ਆਪਾਂ ਵੰਡ ਪਾਉਣੀ ਕਿਤੇ ਤਾਂ ਛੱਡ ਦਈਏ। ਵਾਰ-ਵਾਰ ਇਸ ਗੱਲ ਨੂੰ ਦੁਹਰਾਉਣਾ ਕਿ ਛੋਟੇ ਕਿਸਾਨਾਂ ਨੂੰ ਅਸੀਂ ਫਾਇਦਾ ਚਾਹੁੰਦੇ ਸੀ, ਛੋਟੇ ਕਿਸਾਨਾਂ ਨੂੰ ਅਸੀਂ ਫਾਇਦਾ ਪਹੁੰਚਾਉਣਾ ਚਾਹੁੰਦੇ ਸੀ, ਛੋਟੇ ਕਿਸਾਨਾਂ ਦੀ ਖੇਤੀ ਦੇ ਲਈ ਅਸੀਂ ਇਹ ਸਾਰਾ ਕੁਝ ਕੀਤਾ ਸੀ, ਛੋਟੇ ਕਿਸਾਨਾਂ ਨੂੰ ਅਸੀਂ ਅੱਗੇ ਲਿਆਉਣਾ ਚਾਹੁੰਦੇ ਸੀ। ਤੇ ਅਸਲ ਦੇ ਵਿੱਚ ਇਹਨਾਂ ਨੂੰ ਕੋਈ ਦੱਸੇ ਵੀ ਹਾਲੇ ਵੀ ਕੋਈ ਗੱਲ ਨਹੀਂ, ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਦੇ ਵਿੱਚ ਕੁਝ ਕੁ ਦਿਨ ਪਏ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਛੋਟੇ ਕਿਸਾਨਾਂ ਦਾ ਕਰਕੇ ਤੁਸੀਂ ਕੀਤਾ ਸੀ ਤੇ ਵੱਡੇ ਕਿਸਾਨਾਂ ਕਰਕੇ ਤੁਸੀਂ ਰੱਦ ਕਰ ਰਹੇ ਹੋ, ਇੱਕ ਗੇੜਾ ਸਿੰਘੂ ਬਾਰਡਰ ਦਾ ਲਾਇਆ, ਉੱਥੇ ਜਾ ਕੇ ਪਤਾ ਲੱਗ ਜੂਗਾ ਵੀ ਕਿੰਨੇ ਕੁ ਛੋਟੇ ਕਿਸਾਨ ਉੱਥੇ ਬੈਠੇ ਨੇ ਤੇ ਕਿੰਨੇ ਕੁ ਵੱਡੇ। ਨਾਲੇ ਨਾ ਜਿਵੇਂ ਆਪਾਂ ਕੁਛ ਦੀ ਵੱਖਰੀ ਪਰਿਭਾਸ਼ਾ ਕੱਢੀ ਆ, ਜੀ। ਛੋਟੇ ਕੁ ਕਿਸਾਨ ਆ ਜਿਹੜੇ, ਇਹਦੀ ਵੀ ਇੱਕ ਨਵੀਂ ਪਰਿਭਾਸ਼ਾ ਲੱਭ ਲਈਏ। ਜਿਹਦੇ ਕੋਲੇ 3 ਗਮਲੇ ਆ ਉਹਨੂੰ ਆਪਾਂ ਛੋਟਾ ਮੰਨਦੇ ਆ, ਜਾਂ ਜਿਹਦੇ ਕੋਲੇ 3 ਏਕੜ ਆ ਉਹਨੂੰ ਛੋਟਾ ਮੰਨਦੇ ਆ। ਕਿਉਂਕਿ ਜਿਨ੍ਹਾਂ ਦੇ ਕੋਲੇ 3 ਗਮਲੇ ਆ ਉਹ 3 ਕਿੱਲਿਆਂ ਵਾਲਿਆਂ ਨੂੰ ਕਹਿੰਦੇ ਤੁਸੀਂ ਤਾਂ ਥੋੜੀ ਕਿਸਾਨ ਆ, ਤੂੰ ਤਾਂ ਵੱਡੇ ਕਿਸਾਨ ਆ। ਤੁਸੀਂ ਇਹ ਐਤਕੀ ਦੇ ਸੈਸ਼ਨ 'ਚ ਗੱਲ ਕਲੀਅਰ ਕਰ ਲਓ, ਸਾਫ਼ ਕਰ ਲਓ ਵੀ ਅਸੀਂ ਛੋਟਾ ਕਿਸਾਨ ਮੰਨਦੇ ਕਿਹਨੂੰ ਆ। ਜਿਹਨੂੰ ਵੀ ਮੰਨਦੇ ਆ ਫਿਰ ਇਹ ਦੱਸੋ ਵੀ ਉਹਦੀ ਜ਼ਿੰਦਗੀ 'ਚ ਕਿਹੜੀਆਂ ਲਹਿਰਾਂ ਬਹਿਰਾਂ ਲੈ ਕੇ ਆ ਰਹੇ ਹੋ। ਨਾਲੇ ਨਾ ਚਮਚਿਆਂ ਨੂੰ ਇੱਕ ਬੇਨਤੀ ਕਰਨੀ ਬਣਦੀ ਹੈ ਟਾਣਾ ਸਾਹਿਬ ਕਿ ਜੋ ਸੱਚਾਈ ਹੁੰਦੀ ਆ ਨਾ, ਕਦੇ ਸੱਚ ਵੀ ਪੇਸ਼ ਕਰ ਦਿਓ। ਹਮੇਸ਼ਾ ਗੱਲ ਬਣਾ ਕੇ ਮਸਾਲਾ ਲਾ ਕੇ ਪੇਸ਼ ਕਰਨ ਨਾਲ ਗੱਲ ਨਹੀਂ ਬਣਦੀ ਹੁੰਦੀ। ਥੋੜਾ ਜਿਹਾ ਚਾਨਣਾ ਪਾਓ ਕਿ ਉੱਥੇ ਤਾਂ ਉਹ ਲੋਕ ਵੀ ਬੈਠੇ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਹੈ ਹੀ ਨਹੀਂ, ਜਿਹੜੇ ਸਿਰਫ ਜ਼ਮੀਰਾਂ ਵਾਲੇ ਸੀ। ਮਜ਼ਦੂਰ ਵੀ ਬੈਠੇ ਉੱਥੇ, ਉਹ ਲੋਕ ਵੀ ਬੈਠੇ ਜਿਨ੍ਹਾਂ ਦੀ ਕਿਸੇ ਦੀ 1 ਏਕੜ, ਕਿਸੇ ਦੀ 1.5 ਏਕੜ, ਕਿਸੇ ਦੀ ਬਹੁਤ ਘੱਟ ਜ਼ਮੀਨ ਹੈ। ਫਿਰ ਵੀ ਉਹ ਕਿਸਾਨਾਂ ਦਾ ਸਾਥ ਦੇਣ ਦੇ ਲਈ, ਉਹ ਆਪਣੀਆਂ ਹੱਕੀ ਮੰਗਾਂ ਦੇ ਲਈ ਉੱਥੇ ਬੈਠੇ ਸੀ। ਗੇੜਾ ਹੀ ਲਾ ਕੇ ਦੇਖ ਲਓ। ਕਹਿੰਦੇ ਵੀ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਆਲੇ ਦੁਆਲੇ ਕੁਝ ਕੁ ਝੁੱਗੀਆਂ ਝੌਂਪੜੀਆਂ ਦੇ ਵਿੱਚ ਭੈਣਾਂ ਵੀਰ ਵਸਦੇ ਆ, ਉਹ ਕਿਸਾਨਾਂ ਕੋਲੇ ਗਏ। ਕਹਿੰਦੇ ਬਾਬੂ ਜੀ ਹਮਨੇ ਸੁਨਾ ਹੈ ਕਿ ਆਪ ਤੋਂ ਵਾਪਸ ਚਲੇ ਹੋ, ਫਿਰ ਕਬ आओगे।
ਉਹ ਕਿਸਾਨ ਮੁੱਛ ਨੂੰ ਦਿੰਦਾ ਤਾਂ ਕਹਿੰਦਾ ਗਵਰਨਮੈਂਟ ਤੇ ਨਿਰਭਰ ਕਰਦਾ। ਦੇਖ ਲਿਓ 2 ਸਾਲ ਭਾਉਣਾ 3 ਸਾਲ ਭਾਉਣਾ, ਕਹਿੰਦਾ ਕੋਈ ਗੱਲ ਨਹੀਂ ਜਿੰਨਾ ਚਿਰ ਮਰਜ਼ੀ ਭਾ ਲੈਣ, ਅਸੀਂ ਰੋਟੀ ਬਣਾਵਾਂਗੇ ਤੁਸੀਂ ਖਾਓਗੇ, ਵਾਹ ਵਾਹ ਫਿਕਰ ਨਾ ਕਰੋ। ਵਾਹ ਇਹ ਦੇਖ ਲਓ ਗੱਲ ਕਰ ਲਓ ਜੇ ਥੋੜੀ ਚੱਲਦੀ ਉੱਪਰ ਉਹਨਾਂ ਨੇ ਭਾਉਣਾ। ਨਹੀਂ ਵਾਕਈ ਉਹ ਲੋਕ ਜਿਹੜੇ ਉਹਨਾਂ ਨੇ ਵੀ ਆਪਾਂ ਦੇਖਦੇ ਰਹੇ ਹਾਂ ਟਾਣਾ ਸਾਹਿਬ ਕਿੰਨਿਆਂ ਨਾਲ ਆਪਾਂ ਗੱਲ ਕੀਤੀ ਕਿ ਉਹ ਵੀ ਇੰਨੀਆਂ ਦੁਆਵਾਂ ਦਿੰਦੇ ਸੀ ਕਿਸਾਨਾਂ ਨੂੰ ਕਿ ਇਹਨਾਂ ਕਰਕੇ ਅਸੀਂ ਰੱਜ ਕੇ ਰੋਟੀ ਖਾਣ ਲੱਗੇ। ਬਿਲਕੁਲ ਸਹੀ ਗੱਲ ਆ। ਪ੍ਰਾਈਮ ਏਸ਼ੀਆ ਟੀਵੀ ਦੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਈ ਦਾ ਵਿਚਾਰ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਟਾਣਾ ਸਾਹਿਬ ਇੱਕ ਤਸਵੀਰ ਨਹੀਂ ਵੇਖੀ ਲੱਗਦੀ ਤੁਸੀਂ? ਕਿਹੜੀ? ਅਖਬਾਰ ਦੇ ਪਹਿਲੇ ਹੀ ਪੰਨੇ ਤੇ ਹੂੰ ਐਡੀ ਵੱਡੀ ਸਾਰੀ ਫੋਟੋ। ਮੈਂ ਦੇਖੀ ਕਿਹਦੀ? ਅੱਜ ਤਾਂ ਮੈਂ ਦੇਖੀ, ਇੰਨੀ ਵੱਡੀ ਫੋਟੋ ਲੱਗੀ ਪੂਰੀ। ਹਾਂ ਹਾਂਜੀ, ਇੱਕ ਪਾਸੇ ਹੈਗੇ ਆ ਯੋਗੀ ਆਦਿੱਤਿਆਨਾਥ ਖੜੇ, ਉਹਨਾਂ ਨੇ ਬਿਲਕੁਲ ਭਗਵੇਂ ਲੀੜੇ ਪਾਏ ਆ। ਇੱਧਰ ਮੋਦੀ ਸਾਹਿਬ ਨੇ, ਤੇ ਮੋਦੀ ਸਾਹਿਬ ਨੇ ਯੋਗੀ ਦੇ ਮੋਢੇ ਦੇ ਉੱਤੇ ਹੱਥ ਰੱਖਿਆ ਤੇ ਥੱਲੇ ਇਹ ਲਿਖਿਆ ਹੋਇਆ ਕਿ ਫਿਰ ਨए सफर पर चलेंगे हम, एक बार फिर हम यूपी को तरक्की के शिखर पर ले जाएंगे। ਅੱਛਾ ਤੇ ਥੱਲੇ ਕਈਆਂ ਨੇ ਕਈ ਕੁਝ ਲਿਖਿਆ। ਇਹ ਫੋਟੋ ਛੋਟੀ ਸੀ ਨਹੀਂ ਬਾਵਾ ਸੀ ਐਡੀ ਸਾਰੀ ਚੀਜ਼। ਜਿਹਦੀ ਮੈਂ ਗੱਲ ਕੀਤੀ ਉਹ ਪੂਰੇ ਹੀ ਪੰਨੇ ਦੀ ਫੋਟੋ ਸੀ। ਅੱਛਾ ਹਾਂ ਉਹ ਕਿਹਦੀ? ਕੈਪਟਨ ਸਾਹਿਬ ਸਭ ਤੋਂ ਵੱਧ ਖੁਸ਼ ਨੇ। ਤੇ ਕੈਪਟਨ ਸਾਹਿਬ ਤਾਂ ਖੁਸ਼ ਹੋਣਗੇ ਹੀ। ਉਹ ਤਾਂ ਭਾਜਪਾ ਦੀਆਂ ਕਿਤੇ ਸਿਫਤਾਂ ਕਰੀ ਜਾਂਦੇ, ਪੁੱਛੋ ਹੀ ਕੁਛ ਨਾ। ਹਾਂ ਪੂਰੀਆਂ ਲਹਿਰਾਂ ਬਹਿਰਾਂ। ਇੱਕ ਪਾਸੇ ਕੈਪਟਨ ਸਾਹਿਬ ਦੀ ਪੂਰੀ ਫੋਟੋ ਪੂਰੇ ਪੰਨੇ ਜਿੱਡੀ, ਇੱਕ ਪਾਸੇ ਉਹਨਾਂ ਦਾ ਏਡਾ ਵੱਡਾ ਸੰਦੇਸ਼ ਵੀ ਲੱਗਿਆ ਹੀ ਕਿ ਭਾਜਪਾ ਨੇ ਬਹੁਤ ਚੰਗਾ ਕਰਤਾ, ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਇਦਾਂ ਹੋ ਗਿਆ ਉਦਾਂ ਹੋ ਗਿਆ, ਸਾਰਾ ਕੁਝ ਬਾਵਾ ਕੁਝ ਲਿਖਿਆ। ਨਹੀਂ ਉਹਨਾਂ ਦਾ ਬਣਦਾ ਵੀ ਆ, ਐ ਕਹਿਣਾ ਨਾ ਬਣਦਾ। ਉਹ ਕਹਿੰਦੇ ਵੀ ਜਿਹੜਾ ਮੈਥੋਂ ਰਹਿ ਗਿਆ 4.5 ਸਾਲਾਂ ਦੇ ਵਿੱਚ ਮਾੜਾ ਮੋਟਾ ਉਹ ਇਹਨਾਂ ਨੇ ਕਰਤਾ। ਉਹ ਕਹਿੰਦੇ ਕਈ ਵਾਰੀ ਬੰਦੇ ਤੋਂ ਸਾਰੇ ਕੰਮ ਨਹੀਂ ਹੁੰਦੇ, ਮਨੁੱਖਾਂ ਦੁਨਿਆਵੀ ਆ, ਹੋ ਜਾਂਦਾ ਇਦਾਂ। ਨਹੀਂ ਪਰ ਆਪਣੇ ਤੋਂ ਤਾਂ ਕੁਛ ਵੀ ਨਹੀਂ ਹੋਏ ਨਾ। ਹਾਂ ਤੇ ਜਿਨ੍ਹਾਂ ਨੇ ਸਮਝਣਾ ਉਹ ਸਮਝ ਗਏ ਆ। ਚਲੋ ਕੋਈ ਗੱਲ ਨਹੀਂ, ਪਰ ਮੈਂ ਇੱਕ ਹੋਰ ਗੱਲ ਤੋਂ ਹੈਰਾਨ ਹੋ ਗਈ ਆ। ਕੈਪਟਨ ਸਾਹਿਬ ਕਹਿੰਦੇ ਵੀ ਦੇਖੋ ਪਟਿਆਲੇ ਨਾਲ ਮੇਰਾ ਬਹੁਤ ਗੂੜਾ ਰਿਸ਼ਤਾ ਆ। ਬਿਲਕੁਲ ਸਹੀ ਗੱਲ ਆ। ਉੱਥੇ ਕੋਈ ਢੋਆ ਨਹੀਂਗਾ, ਉੱਥੇ ਵਿਕਾਸ ਡੁੱਲ ਪੈਂਦਾ, ਕੋਈ ਬੇਰੁਜ਼ਗਾਰ ਵੀ ਹੈ ਨਹੀਂ, ਕਦੇ ਕਿਸੇ ਦੀ ਪੈਨਸ਼ਨ ਵੀ ਨਹੀਂ ਰੁਕੀ। ਪਟਿਆਲੇ ਦੇ ਵਿੱਚ ਧੀਆਂ ਭੈਣਾਂ ਨੂੰ ਸ਼ਗਨ ਸਕੀਮ ਦੇ ਪੈਸੇ ਵੇਲੇ ਸਿਰ ਮਿਲ ਜਾਂਦੇ ਆ, ਸਕੂਲਾਂ ਦੀ ਨੁਹਾਰ ਬਦਲ ਗਈ ਆ। ਸਿਰਫ ਇੱਕ ਪੰਜਾਬ ਦੇ ਵਿੱਚ ਪਟਿਆਲਾ ਹੀ ਜ਼ਿਲ੍ਹਾ ਇਹੋ ਜਿਹਾ, ਬਾਕੀ ਬਾਈਆਂ ਨੂੰ ਪਰੇ ਕਰ ਦਿਓ। ਜਿੱਦਾਂ ਪਹਿਲਾਂ ਪੰਜਾਬ ਬਠਿੰਡੇ 'ਚ ਵਸਦਾ ਸੀ, ਹੁਣ ਪੰਜਾਬ ਪਟਿਆਲੇ 'ਚ ਵਸਦਾ। ਬਿਲਕੁਲ ਜੀ, ਕਿਸੇ ਦਾ ਕਿਤੇ ਵਸੀ ਜਾਂਦਾ, ਕਿਸੇ ਦਾ ਕਿਤੇ ਵਸੀ ਜਾਂਦਾ। ਹੁਣ ਮੈਂ ਤਾਂ ਇਹ ਸੋਚਦਾ ਵੀ ਆਪਾਂ ਕਿੱਥੇ ਵਸਾਉਣਾ। ਨਹੀਂ ਅਸੀਂ ਜਿਹੜਾ ਵਸਦਾ ਉਹਦੇ ਵਿੱਚ ਹੀ ਠੀਕ ਆ। ਹਾਂ ਤੇ ਸਾਨੂੰ ਇਸ ਗੱਲ ਦੇ ਉੱਤੇ ਮਾਣ ਆ। ਪਰ ਉਹ ਕਹਿੰਦੇ ਵੀ ਦੇਖੋ ਪਟਿਆਲੇ ਦੇ ਨਾਲ ਮੇਰਾ ਸਦੀਆਂ ਦਾ ਰਿਸ਼ਤਾ, ਸਾਡੇ ਗਾਂ ਦੀ ਗਾਂ ਸਾਰੇ ਜਾਣੇ ਇੱਥੇ ਇਹਨੂੰ ਤਰੱਕੀ ਦੀ ਸਿਖਰ ਦੇ ਉੱਤੇ ਲੈ ਕੇ ਗਏ ਆ। ਉਹ ਕਹਿੰਦੇ ਵੀ ਮੈਂ ਇੱਕ ਸਿੱਧੂ ਦੀ ਖਾਤਰ ਥੋੜੀ ਛੱਡੂੰਗਾ ਪਟਿਆਲਾ, ਤੇ ਮੈਂ ਇੱਥੋਂ ਹੀ ਚੋਣ ਲੜੂੰਗਾ, ਤੇ ਮੈਂ ਐਂ ਹੀ ਚੋਣ ਲੜਦਾ ਹੁੰਨਾ। ਅੱਛਾ ਮਤਲਬ ਐਤਕੀ ਫੇਰ ਚੋਣ ਲੜਨਗੇ? ਹਾਂਜੀ ਉਹ ਚੋਣ ਲੜਨਗੇ ਕਿਉਂਕਿ ਪੰਜਾਬ ਦੇ ਵਿੱਚ ਥੋੜੇ ਜਿਹੇ ਕੰਮ ਰਹਿ ਗਏ ਸੀਗੇ। 99% ਤਾਂ ਉਹਨਾਂ ਨੇ ਕਰਤੇ ਸੀਗੇ, ਜਿਵੇਂ ਕਿ ਪਹਿਲਾਂ ਖਬਰਾਂ ਆਈਆਂ ਸੀ। 99.2 ਸੀ, ਤੁਸੀਂ ਇਸ਼ਾਰੀਆ 2 ਸਮਝ ਭੁੱਲ ਜਾਂਦੇ ਹੋ। ਦੇਖੋ ਮੈਂ ਰੱਖਦਾ ਮੋਟਾ ਹਿਸਾਬ। ਅੱਛਾ ਵੈਸੇ ਵੀ ਜਿਹੜੇ ਨਾ 999 ਰੁਪਏ ਤੇ 99 ਪੈਸੇ, ਆਹ ਗੱਲਾਂ ਮੇਰੇ ਸਮਝ ਨਹੀਂ ਪੈਂਦੀਆਂ ਵੀ ਇੱਕ ਪੈਸੇ ਨਾਲ ਕਿਹੜੀ ਮਹਿਲ ਦੀ ਇੱਟ ਲਾ ਲਓਗੇ। ਜੀ ਸੋ ਇਸ ਕਰਕੇ ਗੱਲ ਸਿੱਧੀ ਪੱਧਰੀ ਕਰੋ। 99% ਕੰਮ ਉਹਨਾਂ ਨੇ ਕਰਤੇ ਸੀ ਵਿਕਾਸ ਦੇ, 11% ਬਾਕੀ ਆ, ਉਹਦੇ ਲਈ ਚੋਣ ਲੜਨੀ ਹੈ ਤੇ ਉਹ ਕੰਮ ਕਰ ਦੇਣੇ। ਅੱਛਾ ਪਰ ਉਹ ਪਿਛਲੀ ਵਾਰ ਕਹਿੰਦੇ ਸੀ ਮੇਰੀ ਆਖਰੀ ਚੋਣ ਹੈ ਇਹ। ਆਖਰੀ ਚੋਣ ਆ, ਬੰਦੇ ਦਾ ਪਤਾ ਲੱਗਦਾ ਜਦੋਂ ਬੰਦੇ ਨੂੰ ਐਡੇ ਐਡੇ ਵੱਡੇ ਮਸਲੇ ਦਿਸਦੇ ਹੁਣ ਮੂਹਰੇ, ਤੇ ਫਿਰ ਬੰਦਾ ਆਪਦੀ ਬਸ ਐਂ ਬਦਲ ਲੈਂਦਾ ਹੁੰਦਾ ਸੋਚ। ਅੱਛਾ ਆਪਾਂ ਕਦੋਂ ਬਦਲਾਂਗੇ ਟਾਣਾ ਸਾਹਿਬ? ਆਪਾਂ ਕਦੋਂ ਬਦਲਣਾ? ਮੈਂ ਆਪਣੀ ਨਹੀਂ ਵੋਟਰਾਂ ਦੀ ਗੱਲ ਕਰ ਰਹੀ ਹਾਂ। ਉਹ ਵੀ ਕਦੋਂ ਬਦਲਣ? ਨਹੀਂ ਆਪਾਂ ਵੋਟਾਂ ਪਾ ਕੇ ਹੀ ਤਾਂ ਇਹਨਾਂ ਨੂੰ, ਮਤਲਬ ਜਿਹਨੂੰ ਵੀ ਜਿਤਾਉਣਾ ਉਹਨੂੰ ਜਿਤਾਉਣਾ ਹੈ। ਗੱਲ ਇਹ ਹੈ ਆਪਾਂ ਵੀ ਨਹੀਂ ਬਦਲਦੇ ਹੁੰਦੇਗੇ, ਆਪਾਂ ਵੀ ਉਵੇਂ ਹੀ ਆ, ਉਹ ਵੀ ਉਵੇਂ ਹੀ ਆ। ਮਤਲਬ ਹੁਣ ਫੇਰ ਤੋਂ ਇੱਕ ਰਾਤ ਪਹਿਲਾਂ ਕੋਈ ਪਤਾ ਨਹੀਂ ਕਿੱਧਰ ਨੂੰ ਭੁਗਤ ਜੀ ਹੈ। ਦੇਖੋ ਇਹ ਹਾਲ ਦੀ ਘੜੀ ਤਾਂ ਮੈਨੂੰ ਇੰਜ ਲੱਗਦਾ, ਤੇ ਬਾਕੀ ਵਕਤ ਦੱਸੂਗਾ, ਕੀ ਪਤਾ ਆਪਾਂ ਝੂਠੇ ਪੈ ਜਾਈਏ। ਹਾਂ ਚਲੋ ਕੋਈ ਨਹੀਂ, ਥੋੜੇ ਹੁਣ ਤਾਂ ਦਿਨ ਹੀ ਥੋੜੇ ਰਹਿ ਗਏ ਨੇ, ਬਾਕੀ ਸਾਰਾ ਕੁਝ ਸਾਫ਼ ਹੋ ਜਾਣਾ ਹੈ ਕਿ ਲੋਕ ਕਿੱਧਰਲੇ ਵਾਲੇ ਪਾਸੇ ਨੂੰ ਜ਼ਿਆਦਾ ਪਿਆਰ ਦਿਖਾਉਂਦੇ ਨੇ, ਲੋਕ ਕਿੱਧਰ ਵਾਕਈ ਤਰਕ ਦੇ ਨਾਲ ਵੋਟਾਂ ਪਾਉਂਦੇ ਨੇ, ਲੋਕੀ ਕੀ ਫੈਸਲਾ ਸੁਣਾਉਂਦੇ ਨੇ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸ ਹੀ ਦਊਗਾ। ਬਿਲਕੁਲ ਜੀ, ਆਉਣ ਵਾਲਾ ਸਮਾਂ ਬਹੁਤ ਕੁਝ ਬਿਆਨ ਕਰੂਗਾ ਵੀ ਅਸੀਂ ਜ਼ਿਹਨੀ ਤੌਰ ਦੇ ਉੱਤੇ ਕਿੱਥੇ ਜੇ ਖੜੇ ਆ ਜੀ। ਅਸੀਂ ਸਿਰਫ ਫੇਸਬੁੱਕੀ ਵਿਦਵਾਨ ਹੀ ਆ ਜਾਂ ਅਸੀਂ ਜ਼ਮੀਨੀ ਤੌਰ ਦੇ ਉੱਤੇ ਵੀ ਕੁਝ ਕਰਨ ਜੋਗੇ ਆ। ਚੰਗਿਆਂ ਨੂੰ ਚੁਣਿਓ ਜਿਨ੍ਹਾਂ ਨੇ ਵੀ ਤੁਹਾਡੇ ਕੰਮ ਚੰਗੇ ਕੀਤੇ ਆ। ਅਸੀਂ ਇਹ ਨਹੀਂ ਕਹਿੰਦੇ ਫਲਾਣੀ ਪਾਰਟੀ ਬਾਹਲੀ ਚੰਗੀ ਆ, ਫਲਾਣੀ ਬਿਲਕੁਲ ਨਹੀਂ ਚੰਗੀ। ਅਸੀਂ ਕਿਹੜਾ ਪ੍ਰਚਾਰ ਕਰਨ ਲਈ ਬੈਠੇ ਆ। ਜਿਹੜੀ ਵੀ ਤੁਹਾਨੂੰ ਚੰਗੀ ਲੱਗੀ ਆ, ਜਿਹਨੇ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਲਿਆਤੀਆਂ, ਜਿਹਨੇ ਤੁਹਾਡੇ ਨਿਆਣਿਆਂ ਨੂੰ 1 ਨਹੀਂ 2 3 ਨੌਕਰੀਆਂ ਦਿੱਤੀਆਂ, ਤੁਹਾਨੂੰ ਚੁਣਨੀ ਔਖੀ ਹੋਗੀ ਵੀ ਨਾ ਮੈਂ ਨਹੀਂ ਤਹਿਸੀਲਦਾਰ ਲੱਗਣਾ, ਐਤਕੀ ਤਾਂ ਮੈਂ ਫਲਾਣਾ ਠੀਕ ਆ, ਕੰਨ ਕੋ ਠੀਕ ਆ, ਫਿਰ ਤੁਸੀਂ ਚੋਣ ਕੀਤੀ ਨਾ ਲਾਈਨਮੈਨ ਬਣਨਾ ਆਪਾਂ ਤਾਂ। ਜਿਹਨੇ ਤਾਂ ਐਂ ਕੀਤਾ ਵੀ ਭਾਈ ਤੁਹਾਡੇ ਤੇ ਨੌਕਰੀਆਂ ਦੀ ਮੀਂਹ ਵਰਾਤਾ, ਉਹਨੂੰ ਤਾਂ ਚੁਣ ਲਿਓ ਜੀ। ਤੇ ਜਿਹਨੇ ਨਹੀਂ ਕੀਤਾ ਭਾਈ ਮਾੜਾ ਜਿਹਾ ਸੋਚ ਲਿਓ। ਨਹੀਂ ਤਾਂ ਜਿਹੜੀ ਰਸ ਭਰੀ ਆ ਨਾ, ਸ਼ਰਮੀਲੀ, ਗੱਭਰੂ, ਨੱਚਦੀ ਜੁਗਨੀ, ਇਹ ਜਿਹੜੀਆਂ ਦਾਰੂਆਂ ਦੇ ਨਾਂ, ਇਹ ਫਿਰ ਥੋੜਾ ਜਿਹਾ ਹੀ ਨਾਚ ਗਾਣਾ ਹੁੰਦਾ। ਤੜਕੇ ਨੂੰ ਛੂੰ
ਹਾਂ ਮੁੜ ਕੇ ਫਿਰ ਇਹੀ ਨਚਾਉਂਦੇ ਆ 5 ਸਾਲ ਆਪਾਂ ਨੂੰ। ਬਸ ਇਹ ਆ। ਟਾਣਾ ਸਾਹਿਬ ਕਦੇ ਸੜਕਾਂ ਤੇ ਨੋਟ ਖਿਲਰੇ ਹੋਏ ਦੇਖੇ ਨੇ? ਨਾ ਵੀ ਮੈਂ ਤਾਂ ਨਹੀਂ ਦੇਖੇ ਕਦੇ ਨਹੀਂ ਕਦੇ। ਉਦਾਂ ਵੈਸੇ ਵੇਖਿਆ ਵੀ ਕਿਸੇ ਦੇ 10 ਰੁਪਏ ਡਿੱਗ ਪਏ, ਕਿਸੇ ਦੇ 20 ਰੁਪਏ ਡਿੱਗ ਪਏ, ਕਿਸੇ ਦੀ ਜੇਬ ਚੋਂ ਨੋਟ ਉੱਡ ਗਿਆ। ਤੇ ਇਹ ਵੀ ਹੋ ਸਕਦਾ ਵੀ ਕਿਸੇ ਨੇ ਮੋਬਾਈਲ ਇੱਥੇ ਪਾਇਆ ਹੋਵੇ, ਇਹਦੇ ਵਿੱਚ ਹੀ ਪੈਸੇ ਹੋਣ ਤੇ ਮੋਟਰਸਾਈਕਲ ਤੇ ਜਾਂਦਾ ਹੋਵੇ, ਉਹ ਜਦੋਂ ਐਂ ਕੱਢੇ ਤੇ ਵਿੱਚੋਂ ਪੈਸੇ ਡਿੱਗ ਪਏ, ਇਉਂ ਜੀ ਹੋ ਸਕਦਾ। ਕਈ ਵਾਰ ਇਹ ਵੀ ਹੋ ਸਕਦਾ ਹੈ ਬੰਦੇ ਨੇ ਜੇਬ 'ਚ ਨੋਟ ਪਾਏ ਨੇ, ਨਾਲ ਉਹਦੇ ਰੁਮਾਲ ਵੀ ਪਾਇਆ, ਰੁਮਾਲ ਕੱਢੇ ਨਾਲ ਪੈਸੇ ਵੀ ਡਿੱਗ ਜਾਣ ਹਾਂਜੀ ਤੇ ਬੰਦੇ ਨੂੰ ਬਾਅਦ 'ਚ ਪਤਾ ਲੱਗੇ ਹਾਂ ਮੇਰੇ ਪੈਸੇ ਡਿੱਗ ਪਏ। ਹਾਂ ਫਿਰ ਬੰਦਾ ਦਫ਼ਤਰ ਆ ਕੇ ਦੱਸੇ ਵੀ ਉਹ ਮੇਰੇ ਤਾਂ ਪੈਸੇ ਰਾਹ 'ਚ ਡਿੱਗ ਪਏ, ਵੀ ਕਿਸੇ ਦੇ ਕੋਲ ਕੁਝ ਹੈਗਾ ਮੈਨੂੰ ਥੋੜੀ ਜਿਹੀ ਮਦਦ ਦੇ। ਇਹ ਖਬਰ ਮੇਰੇ ਵਾਸਤੇ ਸ਼ੁਰੂ ਕੀਤੀ ਸੀ? ਨਹੀਂ ਨਹੀਂ ਮੈਂ ਤੁਹਾਡਾ ਨਾਂ ਲਿਆ, ਮੈਨੂੰ ਤਾਂ ਪਤਾ ਨਾ। ਨਹੀਂ ਨਹੀਂ ਅਸਲ ਦੇ ਵਿੱਚ ਨੋਟ ਲੱਭੇ ਲੋਕਾਂ ਨੂੰ ਕਿੱਥੇ? ਅਮਰੀਕਾ ਦੇ ਵਿੱਚ। ਨੋਟ ਔਰ ਡਾਲਰ ਲੱਭੇ ਹੋਣੇ ਆ, ਰੁਪਈਏ ਥੋੜੀ। ਮੈਂ ਕਦੋਂ ਕਹਿ ਰੁਪਈਏ, ਨੋਟ ਇਜ਼ ਨੋਟ। ਅੱਛਾ ਹਾਂ ਨੋਟ ਨੋਟ ਹੁੰਦਾ ਹੈ, ਚਾਹੇ ਡਾਲਰ ਹੋਏ, ਯੂਰੋ ਹੋਏ, ਪਾਉਂਡ ਹੋਏ, ਚਾਹੇ ਰੁਪਈਆ ਹੋਏ, ਕੁਝ ਵੀ ਹੋਏ। ਲੈ ਜੋ ਮੈਂ ਇਹਦੇ ਤੇ ਵੀ ਦਰਸ਼ਕਾਂ ਦੀ ਰਾਏ ਮੰਗ ਲੈਣੀ ਆ ਕੀ? ਤੇ ਤੁਹਾਡੀ ਗੱਲ ਗਲਤ ਆ। ਕਿਉਂ ਪਾਉਂਡ ਨੂੰ ਨੋਟ ਕਿਵੇਂ ਕਹਿ ਦੋਗੇ ਵੀ ਭਾਈ ਐ ਕਰੋ ਜੀ, ਮੈਂ ਨਾ 100 ਪਾਉਂਡ ਨੋਟ ਆ ਮੇਰੇ ਕੋਲੇ। ਤੇ ਨੋਟ ਤਾਂ ਉਹਨੂੰ ਕਹਿੰਦੇ ਆ ਨਾ ਜੋ ਹਾਂ ਕਾਗਜ਼ ਦਾ ਨੋਟ। ਚਲੋ ਠੀਕ ਆ। ਹਾਂ ਕਰੰਸੀ ਦਾ ਨਾਂ ਕੁਝ ਵੀ ਹੋ ਸਕਦਾ ਹੈ। ਠੀਕ ਆ ਜੀ। ਪੁੱਛ ਕੇ ਵੇਖੋ ਰਾਏ, ਵੈਸੇ ਮੈਨੂੰ ਵੀ ਨਹੀਂ ਪਤਾ, ਹੋ ਸਕਦਾ ਹੈ ਕਿ ਕੋਈ ਜਾਣਕਾਰੀ ਚ ਵਾਧਾ ਹੋ ਜਾਵੇ ਕਿ ਕੀ ਨੋਟ ਨੋਟ ਹੀ ਹੁੰਦੇ ਨੇ ਹਾਂ ਕਿ ਸਿਰਫ ਰੁਪਈਆਂ ਨੂੰ ਹੀ ਨੋਟ ਕਹਿੰਦੇ ਕੀ ਆ। ਅਮਰੀਕਾ ਵਿੱਚ ਵੀ ਥੇਲੀ ਚੱਲਦੀ ਹੈ? ਉਹ ਨਹੀਂ ਨਹੀਂ ਮੈਂ ਪੁੱਛ ਲਿਆ ਜਿੱਦਾਂ ਪੁੱਛਣਾ ਚਵਾਨੀਆਂ ਸੀ। ਹਨ ਉੱਥੇ? ਉਹਨਾਂ ਨੂੰ ਸਮਝ ਆ ਗਿਆ ਮੈਂ ਕੀ ਪੁੱਛਣਾ ਚਾਹੁੰਦੀ ਸੀ। ਛੱਡੋ ਤੁਸੀਂ। ਅਮਰੀਕਾ 'ਚ ਸੜਕਾਂ ਤੇ ਡਾਲਰ ਹੀ ਡਾਲਰ, ਸੜਕਾਂ ਤੇ ਨਹੀਂ ਸੜਕ ਤੇ ਅੱਛਾ ਡਾਲਰ ਹੀ ਡਾਲਰ। ਟਾਣਾ ਉਹ ਸਾਹਿਬ ਲੋਕਾਂ ਨੇ ਕਿਤੇ ਇਕੱਠੇ ਕੀਤੇ, ਪੁੱਛੋ ਹੀ ਨਾ। ਨਹੀਂ ਕਿਵੇਂ? ਅਸਲ ਦੇ ਵਿੱਚ ਕਿਸੇ ਬੈਂਕ ਦਾ ਇੱਕ ਜਿਹੜੀ ਉਹ ਗੱਡੀ ਨਹੀਂ ਜਾਂਦੀ ਹੁੰਦੀ, ਨੋਟ ਇਕੱਠੇ ਕਰਨ ਵਾਲੀ ਜਾਂਦੀ ਹੁੰਦੀ ਹੈ ਬੈਂਕ ਗੱਡੀ। ਦੀ ਹੋਊਗੀ ਕੋਈ ਗੱਡੀ ਜਿਹੜੀ ਏਟੀਐਮ 'ਚ ਪੈਸੇ ਪਾਉਂਦੀ ਹੋਣੀ ਆ। ਜੀ ਉਹ ਕਹਿੰਦੇ ਉਹਦਾ ਪਿਛਲਾ ਦਰਵਾਜ਼ਾ ਖੁੱਲਾ ਰਹਿ ਗਿਆ, ਅੱਛਾ ਉਹਦੇ 'ਚ ਇੱਕ ਨੋਟਾਂ ਵਾਲਾ ਬੈਗ ਸੀ, ਬੈਗ ਦਾ ਵੀ ਮੂੰਹ ਖੁੱਲਾ ਰਹਿ ਗਿਆ, ਉਹਦੇ ਵਿੱਚੋਂ ਕਿੰਨੇ ਹੀ ਡਾਲਰ ਜਿਹੜੇ ਉਹ ਸੜਕ ਦੇ ਉੱਪਰ ਖਿੱਲਰ ਗਏ ਤੇ ਲੋਕਾਂ ਨੇ ਚੁਗ ਲਏ। ਤੇ ਹੋਰ ਚਲੋ ਜਿਹਦੇ ਭਾਗਾਂ 'ਚ ਹੈਗੇ ਭਾਈ ਚੁਗ ਲਏ। ਨਹੀਂ ਪਰ ਮੈਂ ਕਹਿੰਦੀ ਆ ਉੱਥੋਂ ਕਿੰਨੀ ਸ਼ਾਂਤਮਈ ਖਬਰ ਆਈ ਆ ਕਿ ਇਦਾਂ ਨੋਟ ਡਿਗੇ, ਡਾਲਰ ਡਿਗੇ ਤੇ ਉਹਨਾਂ ਨੇ ਇਕੱਠੇ ਕਰ ਲਏ। ਇੰਡੀਆ 'ਚ ਨਾ ਲੋਕਾਂ ਨੇ ਸਿਰ ਹੀ ਪਾੜ ਦੇਣੇ ਸੀ ਇੱਕ ਦੂਜੇ ਦੇ ਕਿ ਪਹਿਲਾਂ ਮੈਂ ਚੱਕੂ, ਜਿਆਦੇ ਮੈਂ ਚੱਕੂ, ਤੂੰ ਮੇਰੇ ਕਿਉਂ ਲੈ ਲੈ, ਨੋਟ ਹੀ ਪਾੜ ਦੇਣੇ ਸੀ ਉਹਨਾਂ ਨੇ ਤਾਂ। ਜਿੰਨੇ ਕੁ ਚੁਗੇ ਹੋਣੇ ਸੀ ਹਾਂਜੀ। ਉਹਦੇ ਵਿੱਚ ਕਈ ਗੁਣਾ ਜੋੜ ਕੇ ਉੱਤੇ ਲੱਗ ਜਾਣੇ ਸੀ ਟਾਂਕਿਆਂ ਤੇ। ਮੈਂ ਤੁਹਾਨੂੰ ਦੱਸਦਾ ਵੀ ਲੋਕਾਂ ਦੀ ਮੂਰਖਤਾਈ ਦੀ ਹੱਦ, ਸਾਰੇ ਤਾਂ ਇੱਕੋ ਜਿਹੇ ਨਹੀਂ, ਪਰ ਕਿਉਂਕਿ ਪਿਛਲੇ 12-13 ਦਿਨ ਤੋਂ ਹਸਪਤਾਲ ਦੇ ਵਿੱਚ ਤੇ ਮੈਨੂੰ ਬਹੁਤ ਸਾਰੇ ਜਿਹੜੇ ਨਾ ਉੱਥੇ ਸਾਥੀ ਲੱਭੇ ਮਿਲੇ, ਜਿਨ੍ਹਾਂ ਨੇ ਕਿਸੇ ਨੇ ਪਛਾਣ ਲਿਆ, ਕਿਸੇ ਦੇ ਨਾਲ ਉਦਾਂ ਵਿਚਾਰਾਂ ਦੀ ਸਾਂਝ ਪੈਣ ਲੱਗ ਪਈ। ਇੱਕ ਬੰਦੇ ਨੇ ਮੈਨੂੰ ਗੱਲ ਦੱਸੀ ਤਾਂ ਮੇਰਾ ਅੰਦਰਾਂ ਝੰਜੋੜਿਆ ਗਿਆ ਵੀ ਅਸੀਂ ਕਿਹੋ ਜਿਹੇ ਮੂਰਖ ਮੱਤੇ ਲੋਕ ਆ। ਮੈਂ ਕਿਹਾ ਬਾਈ ਜੀ ਤੁਹਾਡਾ ਕੌਣ ਇੱਥੇ ਦਾਖਲ ਆ? ਉਹ ਕਹਿੰਦਾ ਮੇਰੇ ਪਿਤਾ ਜੀ ਇਸ ਵਕਤ ਹਸਪਤਾਲ 'ਚ। ਮੈਂ ਕਿਹਾ ਗੱਲ ਕੀ ਹੋ ਗਈ? ਕਹਿੰਦੇ ਉਹਨਾਂ ਦੇ ਸੱਟ ਲੱਗ ਗਈ। ਜਦੋਂ ਸੱਟ ਸ਼ਬਦ ਸੁਣਦੇ ਅਸੀਂ ਸੋਚਦੇ ਕੋਈ ਹਾਦਸਾ ਵਾਪਰ ਗਿਆ ਹੋਣਾ, ਮੈਂ ਵੀ ਇਹੀ ਸੋਚਿਆ। ਉਹ ਕਹਿੰਦਾ ਨਹੀਂ, ਅਸਲ ਦੇ ਵਿੱਚ ਨਾ ਜਿਹੜੇ ਸਾਡੇ ਗੁਆਂਢੀ ਉਹ ਆਪਸ ਦੇ ਵਿੱਚ ਲੜਦੇ ਸੀਗੇ, ਅੱਛਾ ਜੀ, ਇੱਕ ਦੂਜੇ ਦੇ ਵੱਲ ਇੱਟਾਂ ਮਾਰਦੇ ਸੀ, ਹਾਂ ਇੱਕ ਦੂਜੇ ਦੇ ਵੱਲ ਇੱਟਾਂ ਚਲਾਉਂਦੇ ਸੀਗੇ। ਅੱਛਾ ਜੀ। ਤੇ ਕਹਿੰਦੇ ਮੈਂ ਭੱਜ ਕੇ ਕੋਠੇ ਦੇ ਛੱਤ ਤੇ ਚੜ੍ਹ ਕੇ ਇਹ ਰੋਕਿਆ ਵੀ ਭਾਈ ਤੁਹਾਡੀ ਇੱਟ ਸਾਡੇ ਘਰੇ ਵੀ ਆ ਰਹੀ ਆ, ਤੁਸੀਂ ਇਦਾਂ ਨਾ ਕਰੋ, ਤੁਸੀਂ ਆਦਾ ਲੜਨਾ ਹੈਗਾ ਤਾਂ ਬਾਹਰ ਜਾ ਕੇ ਉਧਰ ਲੜੋ, ਇੱਟਾਂ ਦਾ ਕੀ ਕੰਮ, ਸਾਡੇ ਘਰੇ ਇੱਟਾਂ ਕਿਉਂ ਆਉਂਦੀਆਂ? ਕਹਿੰਦਾ ਮੈਂ ਆਹ ਗੱਲ ਕਹਿ ਹੀ ਰਿਹਾ, ਇੱਕ ਇੱਟ ਆਈ ਤੇ ਮੇਰੇ ਬਾਪ ਦੇ ਇੱਥੇ ਵੱਜ ਗਈ। ਓਹੋ ਪਿਛਲੇ 3 ਮਹੀਨਿਆਂ ਤੋਂ ਉਹ ਕਹਿੰਦਾ ਮੇਰਾ ਬਾਪ ਕੋਮਾ ਵਾਲੀ ਸਥਿਤੀ ਦੇ ਵਿੱਚ ਪਿਆ, 12 ਲੱਖ ਰੁਪਈਆ ਹੁਣ ਤੱਕ ਲੱਗ ਚੁੱਕਿਆ ਤੇ ਡਾਕਟਰ ਕਹਿੰਦੇ ਪਤਾ ਕੋਈ ਨਹੀਂਗਾ, ਹੋ ਸਕਦਾ ਵੀ ਜ਼ਿੰਦਗੀ ਦੇ ਵਿੱਚ ਆਪਦੇ ਜੰਗਲ ਪਾਣੀ ਜਾਣ ਜੋਗੇ ਹੋਣ ਜਾਂ ਉਹ ਵੀ ਨਾ ਹੋਣ। ਤੇ ਕਹਿੰਦਾ ਪਤਾ ਕੋਈ ਨਹੀਂ ਸਾਡਾ ਕਿੰਨਾ ਕੁ ਪੈਸਾ ਉੱਜੜ ਜਾਣਾ। ਇਹ ਆ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਕੁਝ ਇਹੋ ਜਿਹੇ ਸ਼ਾਮਲ ਜਿਹੜੇ ਕਿ ਪਤਾ ਹੀ ਨਹੀਂ ਵੀ ਕੀ ਕਰੀ ਜਾਂਦੇ ਆ। ਉਹਨਾਂ ਦਾ ਭਾਵੇਂ ਆਪਸ 'ਚ ਰਾਜ਼ੀਨਾਮਾ ਹੋ ਗਿਆ ਹੋਵੇ, ਆਹ ਘਰ ਪੱਟ ਕੇ ਰੱਖਤਾ। ਜੀ ਉਹਨਾਂ ਦਾ ਕੀ ਕਸੂਰ ਸੀ? ਉਹ ਵਿਚਾਰੇ ਆਪਦੇ ਘਰ ਦੇ ਵਿੱਚ ਬੈਠੇ ਨੇ, ਨਾ ਕਿਸੇ ਦੀ ਚੰਗੀ 'ਚ ਨਾ ਮਾੜੀ 'ਚ, ਤੇ ਉਹਨਾਂ ਦਾ ਕੀ ਕਸੂਰ ਸੀ? ਇਹੋ ਜਿਹੇ ਸੂਰਮੇ ਵੀ ਵਸਦੇ ਆ ਜੀ। ਤੇ ਤੁਸੀਂ ਆਪਸ ਦੇ ਵਿੱਚ ਲੜ ਭਿੜ ਕੇ ਮੁੜ ਕੇ ਇਕੱਠੇ ਹੋ ਜਾਓਗੇ ਤੇ ਉਹਨਾਂ ਦੇ ਜਿਹੜੇ ਆ 3 ਮਹੀਨੇ ਦਾ ਸਮਾਂ ਤੁਸੀਂ ਵੇਖੋ, ਇੰਨਾ ਪੈਸਾ ਤੇ ਬਾਪ ਦੀ ਜ਼ਿੰਦਗੀ ਦਾ ਦੇ ਉੱਪਰ ਲੱਗੀ ਹੋਈ ਹੈ, ਕੌਣ ਜ਼ਿੰਮੇਵਾਰ ਹੈ ਸਭ ਕੁਝ ਕਿਸੇ ਦਾ? ਨੂੰ ਕੀ ਕਹਿ ਲੂਗਾ ਕੋਈ? ਲੋਕਾਂ ਨੂੰ ਪਤਾ ਹੀ ਨਹੀਂ ਸੀ ਜ਼ਿੰਦਗੀ ਕਿਵੇਂ ਜਿਉਣੀ ਆ। ਬਹੁਤ ਬੁਰਾ ਲੜੀ ਹਾਲ ਜਾਂਦੇ ਆ, ਜੋ ਮੂੰਹ ਚਾਹੁੰਦਾ ਬੋਲੀ ਜਾਂਦੇ ਆ, ਭਿੜੀ ਜਾਂਦੇ ਆ, ਕਿਸੇ ਦੇ ਕੁਛ ਮਾਰ ਦਿਓ, ਕਿਸੇ ਦੇ ਕੁਛ ਮਾਰ ਦਿਓ, ਹੱਦ ਹੋ ਗਈ। ਮਤਲਬ ਟਾਣਾ ਸਾਹਿਬ ਕਹਿਣਾ ਨਹੀਂ ਚਾਹੀਦਾ, ਇਸ ਵੇਲੇ ਇੰਨੀਆਂ ਜ਼ਿਆਦਾ ਭਿਆਨਕ ਖਬਰਾਂ ਆਉਂਦੀਆਂ ਨੇ। ਮੈਂ ਮੁਕਤਸਰ ਦੀ ਇੱਕ ਖਬਰ ਪੜ੍ਹ ਰਹੀ ਸੀ, ਉੱਥੇ ਕਹਿੰਦੇ ਕਿ ਜਿਹੜੀਆਂ ਮਜ਼ਦੂਰ ਬੀਬੀਆਂ, ਉਹ ਕਿਤੇ ਨਾ ਪ੍ਰਵਾਸੀ ਨੇ, ਉਹ ਸਵੇਰੇ ਦਾਣਾ ਮੰਡੀ ਦੇ ਵਿੱਚ ਜਾ ਰਹੀਆਂ ਸੀ, 3-4 ਜਣੀਆਂ ਰਲ ਕੇ, ਇੱਕੋ ਪਰਿਵਾਰ ਦੀਆਂ। ਤੇ ਉਹਦੇ ਵਿੱਚ ਕਹਿੰਦੇ ਦਾਣਾ ਮੰਡੀ ਦੇ ਕੋਲ ਜਦੋਂ ਉਹ ਪਹੁੰਚੀਆਂ ਤੇ ਉੱਥੋਂ ਅੱਗੇ ਇੱਕ ਬਲੇਰੋ ਗੱਡੀ ਆ ਰਹੀ ਸੀ ਜਿਸ 'ਚ 2-3 ਮੁੰਡੇ ਸਵਾਰ ਸੀ, ਤੇ ਉਹਨਾਂ ਨੇ ਜਿਹੜੀ ਇੱਕ ਲੜਕੀ ਸੀ ਉਹਨਾਂ ਦੇ ਨਾਲ ਜਾ ਰਹੀ, ਉਹਦੇ ਨਾਲ ਛੇੜਖਾਨੀ ਕਰਨੀ ਸ਼ੁਰੂ ਕਰਤੀ। ਜਦੋਂ ਮਾਂ ਨੇ ਰੋਕਿਆ, ਵਰਜਿਆ ਵੀ ਇਹ ਨਾ ਕਰੋ, ਤਾਂ ਗੱਡੀ ਦਾ ਦਰਵਾਜ਼ਾ ਖੋਲ ਕੇ ਉਹਦੀ ਬਾਹ ਫੜ ਲਈ ਮਾਂ ਦੀ।
ਉਸ ਤੋਂ ਬਾਅਦ ਕਿੰਨੀ ਦੂਰ ਤੱਕ ਉਹਨੂੰ ਘੜੀਸਦੇ ਲੈ ਕੇ ਗਏ ਤੇ ਬਾਅਦ ਵਿੱਚ ਇੱਕਦਮ ਬਾਹ ਛੱਡਤੀ, ਜਿਹਦੇ ਕਰਕੇ ਮਾਂ ਡਿੱਗ ਗਈ ਤੇ ਉਹ ਬਲੇਰੋ ਦੇ ਟਾਇਰ ਥੱਲੇ ਆ ਗਈ, ਉਹਦੀ ਥਾਂ ਮੌਤ ਹੋ ਗਈ। ਤੁਸੀਂ ਦੱਸੋ ਕੌਣ ਜ਼ਿੰਮੇਵਾਰ ਹੈ ਸਭ ਕੁਝ? ਦੁੱਖ ਹੁੰਦਾ ਵੀ ਇਦਾਂ ਦੀਆਂ ਗੱਲਾਂ ਪਤਾ ਹੀ ਨਹੀਂ ਕਦੋਂ ਖਤਮ ਹੋਣਗੀਆਂ, ਕਦੋਂ ਅਸੀਂ ਇਹਨਾਂ ਗੱਲਾਂ ਤੋਂ ਬਾਜ਼ ਆਵਾਂਗੇ। ਪਰ ਜਿਹੜੀ ਤੁਸੀਂ ਗੱਲ ਕੀਤੀ ਸੀ ਅਮਰੀਕਾ ਵਾਲੀ, ਜੀ ਦੇਖੋ ਲੋਕਾਂ ਨੇ ਨੋਟ ਇਕੱਠੇ ਕੀਤੇ। ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਦਾ, ਮੈਂ ਉਦੋਂ ਪਿੰਡ ਹੀ ਰਹਿੰਦਾ ਹੁੰਦਾ ਸੀ। ਸਾਡਾ ਜਿਹੜਾ ਪਿੰਡ ਆ ਉਹ ਕਿਉਂਕਿ ਹਾਈਵੇ ਦੇ ਉੱਤੇ ਆ, ਮੁੱਖ ਸੜਕ ਦੇ ਉੱਤੇ ਆ। ਸਾਡੇ ਪਿੰਡ ਤੋਂ ਅੱਗੇ ਵੀ ਕਈ ਪਿੰਡ ਸੜਕ ਦੇ ਕੰਢੇ ਦੇ ਉੱਤੇ ਵਸੇ ਆ। ਤੇ ਮੈਂ ਉੱਥੇ ਦੇਖਿਆ ਕੁਝ ਕੁ ਦੂਰੀ ਦੇ ਉੱਤੇ ਉੱਥੇ ਇੱਕ ਸ਼ਰਾਬ ਦਾ ਭਰਿਆ ਜਿਹੜਾ ਟਰੱਕ ਆ ਨਾ, ਉਹ ਪਲਟ ਗਿਆ। ਅੱਛਾ ਜੀ। ਉਹ ਡਰਾਈਵਰ ਨੂੰ ਬਾਹਰ ਕੱਢਣ ਦੀ ਥਾਂ ਦੇ ਉੱਤੇ ਲੋਕ ਬਾਲਟੀਆਂ ਲੈ ਕੇ ਆ ਗਏ ਵੀ ਬੋਤਲਾਂ ਟੁੱਟੀਆਂ ਤੇ ਵਿੱਚੋਂ ਦਾਰੂ ਚੋਂਦੀ ਆ, ਥੱਲੇ ਬਾਲਟੀਆਂ ਲਾ ਲਈਆਂ। ਮੈਂ ਕਿਹਾ ਉਹਨੂੰ ਤਾਂ ਕੱਢ ਲਓ। ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ, ਅਸੀਂ ਕਰ ਕੀ ਰਹੇ ਹਾਂ। ਬਿਲਕੁਲ ਹਰਮਨ ਜੀ, ਬਹੁਤ ਦੁੱਖ ਦੀਆਂ ਦੋ ਖਬਰਾਂ, ਇੱਕ ਨਹੀਂ ਅਸਲ ਦੇ ਵਿੱਚ ਦੋ ਆ ਜੀ। ਮਹਾਨ ਗਾਇਕਾ ਗੁਰਮੀਤ ਬਾਵਾ ਜੀ ਸਾਡੇ ਕੋਲੋਂ ਚਲੇ ਗਏ। ਹਰੀਏ ਨੀ ਰਸ ਭਰੀਏ ਖਜੂਰੇ ਕਿਹਨੇ ਦਿੱਤਾ ਇੰਨੀ ਦੂਰ, ਜੁਗਨੀ ਤੇ ਪਤਾ ਨਹੀਂ ਹੋਰ ਕਿੰਨੇ ਕਿਹੋ ਜਿਹੇ ਗੀਤ ਆ ਜਿਹੜੇ ਕਿ ਉਹਨਾਂ ਦੇ ਮੂੰਹੋਂ ਸੁਣਦੇ ਰਹੇ ਆ। ਮੈਨੂੰ ਚੇਤੇ ਆ ਉਹ ਗੱਲ ਕੱਲ ਵਾਂਗੂ ਵੀ ਜਦੋਂ ਆਪਾਂ ਚੱਜ ਦਾ ਵਿਚਾਰ ਕਰਨ ਦੇ ਲਈ ਗਏ ਸੀ, ਲਾਚੀ ਬਾਵਾ, ਗਲੋਰੀ ਬਾਵਾ ਤੇ ਗੁਰਮੀਤ ਬਾਵਾ ਜੀ, ਤਿੰਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਸਾਡੇ ਦਰਸ਼ਕਾਂ ਨੇ। ਇਸ ਤੋਂ ਪਹਿਲਾਂ ਆਪਣੇ ਕੋਲੋਂ ਲਾਚੀ ਬਾਵਾ ਚਲੀ ਗਈ ਜੀ, ਫਿਰ ਹੁਣ ਮਾਤਾ ਜੀ ਚਲੇ ਗਏ ਗੁਰਮੀਤ ਬਾਵਾ ਜੀ। ਇਹਨਾਂ ਨੇ ਜਾਰਜੀਆ ਦੇ ਵਿੱਚ 44-45 ਸਕਿੰਟ ਲਗਾਤਾਰ ਲੰਮੀ ਹੇਕ ਲਾਉਣ ਦਾ ਜਿਹੜਾ ਰਿਕਾਰਡ ਬਣਾਇਆ, ਉਹ ਕਦੇ ਕਿਸੇ ਤੋਂ ਟੁੱਟਿਆ ਨਹੀਂਗਾ। ਸੋ ਗੁਰਮੀਤ ਬਾਵਾ ਜੀ ਨੇ ਸਾਰੀ ਉਮਰ ਭਗਤੀ ਕੀਤੀ, ਸਾਰੇ ਟੱਬਰ ਨਹੀਂ ਕੀਤੀ। ਮੈਨੂੰ ਯਾਦ ਆ ਮੈਂ ਉਦੋਂ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਕੁੜੀਆਂ ਨੂੰ, ਗਲੋਰੀ ਬਾਵਾ ਤੇ ਲਾਚੀ ਬਾਵਾ ਨੂੰ, ਵੀ ਤੁਹਾਡਾ ਨਹੀਂ ਚਿੱਤ ਕਰਦਾ ਵੀ ਤੁਹਾਡੀਆਂ ਹਮ ਉਮਰ ਕੁੜੀਆਂ ਤਾਂ ਬੰਦੂਕਾਂ ਬਦਾਕਾਂ ਵਾਲੇ ਗੀਤ ਗਾ ਕੇ ਕਹਿੰਦੀਆਂ ਸਾਡੇ ਫੈਨ ਫੋਲੋਇੰਗ ਬਹੁਤ ਹੋ ਗਈ, ਸਾਡੇ ਕੋਲ ਪੈਸਾ ਬਹੁਤ ਆ ਗਿਆ। ਉਹ ਕਹਿੰਦੇ ਵੀ ਜਿਹੜੇ ਸਾਡਾ ਬਾਪ ਆ ਨਾ ਕਿਰਪਾਲ ਬਾਵਾ ਜੀ, ਮਾਤਾ ਜੀ ਗੁਰਮੀਤ ਬਾਵਾ ਜੀ, ਇਹਨਾਂ ਨੇ ਸਾਨੂੰ ਸਿਖਾਇਆ ਹੀ ਇਹ ਆ ਵੀ ਰੋਟੀ ਆਪਾਂ ਨੂੰ ਮਿਲੀ ਜਾਂਦੀ ਹੈ ਤੇ ਭੁੱਖੇ ਆਪਾਂ ਮਰਦੇ ਨਹੀਂ ਤੇ ਗਲਤ ਰਾਹ ਦੇ ਉੱਤੇ ਆਪਾਂ ਤੁਰਨਾ ਨਹੀਂ। ਸੋ ਗੁਰਮੀਤ ਬਾਵਾ ਜੀ ਸਾਡੇ ਕੋਲੋਂ ਚਲੇ ਗਏ ਆ, ਦੁੱਖ ਹੋਇਆ 77 ਸਾਲ ਦੀ ਉਮਰ 'ਚ ਜੀ। ਪਰ ਰਹਿੰਦੀ ਦੁਨੀਆ ਤੱਕ ਉਹ ਰਾਜ ਕਰਨਗੇ ਸਾਡੇ ਦਿਲਾਂ ਦੇ ਉੱਪਰ, ਰਹਿੰਦੀ ਦੁਨੀਆ ਤੱਕ ਉਹਨਾਂ ਦੀ ਆਵਾਜ਼ ਰਾਜ ਕਰੇਗੀ ਸਾਡੇ ਉੱਪਰ। ਬਹੁਤ ਵੱਡਾ ਦੁੱਖ ਦਾ ਸਮਾਂ ਹੈ ਪਰਿਵਾਰ ਦੇ ਲਈ ਵੀ, ਕਿਉਂਕਿ ਪਹਿਲਾਂ ਲਾਚੀ ਬਾਵਾ ਜੀ ਦਾ ਜਾਣਾ ਤੇ ਉਸ ਤੋਂ ਬਾਅਦ ਗੁਰਮੀਤ ਬਾਵਾ ਜੀ ਦਾ ਜਾਣਾ, ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਮੈਨੂੰ ਵਾਰ-ਵਾਰ ਟਾਣਾ ਸਾਹਿਬ ਜਦੋਂ ਮੈਨੂੰ ਖਬਰ ਮਿਲੀ ਤੇ ਮੈਨੂੰ ਵਾਰ-ਵਾਰ ਉਹ ਸਾਰਾ ਕੁਝ ਚੇਤੇ ਆ ਰਿਹਾ ਸੀ ਕਿ ਇੱਕ ਹੱਸਦਾ ਵਸਦਾ ਪਰਿਵਾਰ, ਕਿੰਨੀ ਚਹਿਲ ਪਹਿਲ ਸੀ ਉਸ ਘਰ ਦੇ ਵਿੱਚ, ਕਿੰਨਾ ਹਾਸਾ ਖੇਡਾ ਸੀ, ਮਾਹੌਲ ਕਿੰਨਾ ਸੋਹਣਾ ਸੀ। ਤੇ ਇੱਕਦਮ ਦੋ ਇਹੋ ਜਿਹੀਆਂ ਖਬਰਾਂ ਆ ਗਈਆਂ ਉੱਥੋਂ ਕਿ ਸੱਚੀ ਮਨ ਅੰਦਰੋਂ ਇੰਨਾ ਜ਼ਿਆਦਾ ਦੁਖੀ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਇੱਕ ਹੋਰ ਜਿਹੜੀ ਦੁਖਦਾਈ ਖਬਰ ਆ ਉਹ ਹੈਗੀ ਆ ਮਹਾਨ ਨਾਵਲਕਾਰ ਨਾਨਕ ਸਿੰਘ ਜੀ ਦੇ ਸੁਪੁੱਤਰ ਦੇ ਨਾਲ ਜੁੜੀ ਜੀ। 99 ਸਾਲ ਦੀ ਉਮਰ ਦੇ ਵਿੱਚ ਕੁਲਵੰਤ ਸਿੰਘ ਸੂਰੀ ਜੀ ਸਾਡੇ ਕੋਲੋਂ ਚਲੇ ਗਏ ਆ। ਉਹਨਾਂ ਨੇ ਪ੍ਰਕਾਸ਼ਨ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਜਿਨ੍ਹਾਂ ਨੇ ਨਾਨਕ ਸਿੰਘ ਜੀ ਨੂੰ ਨਹੀਂ ਪੜ੍ਹਿਆ, ਮੈਂ ਤਾਂ ਉਹਨਾਂ ਨੂੰ ਪੰਜਾਬੀ ਪਾਠਕੀ ਨਹੀਂ ਕਦੇ ਮੰਨਦਾ ਜੀ। ਬਿਲਕੁਲ। ਜਿਨ੍ਹਾਂ ਨੇ ਗੁਰਦਿਆਲ ਸਿੰਘ ਨੂੰ ਨਹੀਂ ਪੜ੍ਹਿਆ ਜਾਂ ਇਹੋ ਜਿਹੀਆਂ ਹੋਰ ਮਹਾਨ ਸ਼ਖਸੀਅਤਾਂ ਨੂੰ ਨਹੀਂ ਪੜ੍ਹਿਆ ਤੇ ਉਹਨਾਂ ਨੂੰ ਅਸੀਂ ਕਿਹੜੇ ਪਾਠਕ ਕਹੀਏ? ਸੋ ਨਾਨਕ ਸਿੰਘ ਜੀ ਸਿਖਰ ਨਾਵਲਕਾਰੀ ਦਾ। ਸੋ ਉਹਨਾਂ ਦੇ ਪੁੱਤਰ ਚਲੇ ਗਏ ਆ, ਦੁੱਖ ਇਹਨਾਂ ਦੇ ਉੱਤੇ ਵੀ ਬਹੁਤ ਹੋਇਆ। ਬਿਲਕੁਲ ਬਹੁਤ ਦੁੱਖ ਹੈ। ਦੇਖੋ ਗੱਲ ਇਹ ਹੈ ਕਿ ਆਪਾਂ ਉਹਨਾਂ ਦੀ ਗੱਲ ਹੀ ਇਸ ਲਈ ਕਰ ਰਹੇ ਹਾਂ ਕਿਉਂਕਿ ਉਹ ਮਹਾਨ ਲੋਕ ਸੀ ਔਰ ਇਦਾਂ ਦੇ ਲੋਕ ਕਦੇ ਵੀ ਚਾਹੇ ਸਰੀਰਕ ਤੌਰ ਦੇ ਉੱਪਰ ਸਾਡੇ ਕੋਲੋਂ ਜ਼ਰੂਰ ਵਿਛੜ ਜਾਂਦੇ ਨੇ, ਪਰ ਕਦੇ ਵੀ ਨਾ ਪੱਖੋਂ ਜਾਂ ਕਹਿ ਲਓ ਸਾਡੇ ਅੰਦਰੋਂ, ਸਾਡੇ ਚੇਤਿਆਂ ਚੋਂ ਕਦੇ ਵੀ ਦੂਰ ਨਹੀਂ ਜਾਂਦੇ, ਸਦਾ ਹੀ ਰਹਿਣਗੇ। ਇਹ ਰਹਿੰਦੀ ਦੁਨੀਆ ਤੱਕ ਸਾਡੇ ਨਾਲ ਰਹਿਣਗੇ। ਸੋ ਗੱਲ ਇਹ, ਦੁੱਖ ਬਹੁਤ ਜ਼ਿਆਦਾ ਹੈ। ਇਹ ਦੁੱਖ ਜਿਹੜਾ ਹੈ ਇਹ ਕਦੇ ਵੀ ਘਟ ਨਹੀਂ ਸਕਦਾ, ਖਤਮ ਨਹੀਂ ਹੋ ਸਕਦਾ। ਪਰ ਚਲੋ ਜਾਣਾ ਹਰੇਕ ਨੇ ਹੈ, ਪਰ ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹਦਾ ਨਾਂ ਰਹਿੰਦੀ ਦੁਨੀਆ ਤੱਕ ਜ਼ਰੂਰ ਰਹਿੰਦਾ ਹੈ। ਸੋ ਚੰਗੇ ਗਾਣੇ ਸੁਣੀਏ, ਚੰਗੇ ਗਾਣਿਆਂ ਨੂੰ ਅੱਗੇ ਵਧਾਈਏ, ਚੰਗੇ ਜਿਹੜੇ ਗਾਇਕ ਨੇ ਉਹਨਾਂ ਦਾ ਸਾਥ ਜ਼ਰੂਰ ਦਿਆ ਕਰੀਏ। ਬਾਕੀ ਫਿਲਹਾਲ ਹੁਣ ਅਸੀਂ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ, ਜਾਣਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।